ਸਾਹਿਬ ਜੀ ਕੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਪਾਵਨ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਰੇ ਘਰ ਪਹਿਲਾ। ਪਹਿਲੇ ਪਹਿਰੇ ਰੈਣ ਕੈ ਵਣਜ਼ਾਰਿਆ ਮਿੱਤਰਾ। ਹੁਕਮ ਪਿਆ ਗਰਬਾਸ। ਉਰਧ ਤਪ ਅੰਤਰ ਕਰੇ ਵਣਜ਼ਾਰਿਆ ਮਿੱਤਰਾ। ਖਸਮ ਸੇਤੀ ਅਰਦਾਸ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੇ ਪਾਵਨ ਅੰਗ 74 ਔਰ 75 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ, ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਮਨੁੱਖਾ ਜੀਵਨ ਦੀ ਬਾਤ ਕੀਤੀ। ਮਨੁੱਖਾ ਜੀਵਨ ਦੀ ਗੱਲ ਕਰਦਿਆਂ ਸਤਿਗੁਰੂ ਜੀ ਨੇ ਰਾਤ ਦੇ 4 ਪਹਿਰ ਵਿੱਚ ਜ਼ਿੰਦਗੀ ਨੂੰ ਵੰਡਿਆ। ਮਤਲਬ ਜੀਵਨ ਮਨੁੱਖ ਦਾ, ਜ਼ਿੰਦਗੀ ਮਨੁੱਖ ਦੀ ਇੱਕ ਰਾਤ ਹੈ ਜਿਹੜੀ ਪੜਾਅ ਦਰ ਪੜਾਅ ਗੁਜ਼ਰਦੀ ਜਾ ਰਹੀ ਹੈ, ਕਿਉਂਕਿ ਰਾਤ ਨੇ ਲੰਘਣਾ ਹੈ ਤੇ ਇਹ ਗੁਜ਼ਰਦੀ ਜਾ ਰਹੀ ਹੈ। ਔਰ ਸਤਿਗੁਰੂ ਜੀ ਕਹਿ ਰਹੇ ਵੀ ਵੇਖ ਤੂੰ ਕਿਵੇਂ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਹਿਰ, ਇੱਕ ਇੱਕ ਰਾਤ ਦਾ ਪਹਿਰ ਜਿਹੜਾ ਉਹ ਕਿਵੇਂ ਬਤੀਤ ਕਰ ਰਹੇ ਆ। ਤੇਰੀ ਜ਼ਿੰਦਗੀ ਜਿਵੇਂ ਰਾਤ 4 ਪਹਿਰਾਂ ਦੀ ਹੈ। 4 ਪਹਿਰ ਰਾਤ ਬਤੀਤ ਹੁੰਦੀ ਇੱਕ ਇੱਕ ਪਹਿਰ ਕਰਕੇ। ਜ਼ਿੰਦਗੀ ਵੀ ਇਸੇ ਤਰ੍ਹਾਂ ਇੱਕ ਰਾਤ ਹੈ ਤੇ ਇਹ 4 ਪਹਿਰਾਂ ਦੇ ਵਿੱਚ ਸਤਿਗੁਰੂ ਜੀ ਨੇ ਵੰਡੀ ਵੀ ਇੱਕ ਇੱਕ ਪਹਿਰ ਜ਼ਿੰਦਗੀ ਗੁਜ਼ਾਰ ਰਿਹਾ ਤੂੰ। ਔਰ ਬਾਪੂ ਜੀ ਨੇ ਅੱਜ ਜਿਹੜਾ ਉਪਕਾਰ ਸਾਡੇ ਤੇ ਕੀਤਾ, ਸਭ ਤੋਂ ਪਹਿਲਾਂ ਤੇ ਮਾਲਕ ਜੀ ਨੇ ਆਖਿਆ, ਕਹਿੰਦੇ ਵੀ ਇੱਕ ਓੰਕਾਰ ਸਤ ਗੁਰ ਪ੍ਰਸਾਦ।
ਉਹ ਮਾਲਕ ਇੱਕ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ। ਉਹ ਸਵਰ ਸਰੂਪ ਸਾਰਿਆਂ ਦੇ ਵਿੱਚ ਵਿਆਪਕ ਹੈ। ਸਤਿਗੁਰ ਪ੍ਰਸਾਦ ਹੈ ਉਹ ਸਦੀਵ ਰਹਿਣ ਵਾਲਾ, ਪਰ ਮਿਲਦਾ ਗੁਰੂ ਦੀ ਕਿਰਪਾ ਦੇ ਨਾਲ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਰਾਗ ਦਾ ਨਾਮ ਹੈ। ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਪਾਵਨ ਬਚਨ ਨੇ। ਪਹਿਰੇ, ਇਹਨੂੰ ਪਹਿਰਿਆਂ ਦੀ ਬਾਣੀ ਦਾ ਨਾਮ ਵੀ ਦਿੱਤਾ ਜਾਂਦਾ ਹੈ, ਵੀ ਇਹ ਬਾਣੀ ਜਿਹੜੀ ਹੈ ਪਹਿਰੇ ਰੂਪ ਵਿੱਚ ਹੈ। ਘਰ ਪਹਿਲਾ, ਔਰ ਸਾਹਿਬ ਨੇ ਆਰੰਭਤਾ ਕੀਤੀ, ਕਹਿੰਦੇ ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ। ਤੇਰੀ ਜ਼ਿੰਦਗੀ ਦੀ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋਇਆ, ਮਤਲਬ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋ ਗਿਆ। ਹੁਣ ਪਹਿਰ ਦੇ ਵਿੱਚ ਕੀ ਕੁਝ ਬੀਤਦਾ ਜਾਂ ਤੇਰੀ ਰਾਤ ਦੀ ਸ਼ੁਰੂਆਤ ਜ਼ਿੰਦਗੀ ਦੀ ਕਿਵੇਂ ਹੁੰਦੀ ਹੈ, ਸਤਿਗੁਰੂ ਉਹ ਦੱਸਦੇ। ਪਰ ਇੱਕ ਖਿਆਲ ਅਸੀਂ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਨਾਲ ਲੈ ਕੇ ਤੁਰਦੇ ਚੱਲੀਏ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਧ, ਭਗਤਨ ਸੇਤੀ ਗੋਸਤੇ ਜੋ ਕੀਨੋ ਸੋ ਲਾਭ। ਬਸ ਆਪਣੀਆਂ ਜ਼ਿੰਦਗੀਆਂ ਦੀ ਜਿਹੜੀ ਰੈਣ ਰੂਪੀ ਜੀਵਨ ਹੈ ਨਾ, ਇਹਦੇ ਵਿੱਚ ਅਸੀਂ ਖਿਆਲ ਰੱਖੀਏ ਵੀ ਪਹਿਰ, ਕਿਉਂਕਿ ਤਕਰੀਬਨ 3 ਘੰਟਿਆਂ ਦਾ ਇੱਕ ਪਹਿਰ ਬਣਦਾ ਤੇ 24.5 ਮਿੰਟਾਂ ਦੀ ਇੱਕ ਘੜੀ ਬਣਦੀ ਹੈ। ਸਾਹਿਬ ਜੀ ਉਪਦੇਸ਼ ਦਿੰਦਿਆਂ ਸਾਨੂੰ ਕਹਿ ਰਹੇ ਵੀ ਖਿਆਲ ਰੱਖੀ, ਇਹਨਾਂ ਪਹਿਰਾਂ ਦੇ ਵਿੱਚ ਲਾਭ ਉਹੀ ਮਿਲਣਾ ਜਿਹੜੀ ਘੜੀ ਰੱਬ ਦੇ ਪਿਆਰਿਆਂ ਨਾਲ ਬਹਿ ਕੇ ਗੁਜ਼ਾਰ ਲਏਗਾ। ਲਾਭ ਉਸੇ ਦਾ ਹੀ ਮਿਲਣਾ ਜਿਹਨੂੰ ਬਾਪੂ ਜੀ ਆਖਦੇ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜੀ ਘੜੀ, ਜਿਹੜਾ ਪਲ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਚਿੰਤਨ ਵਿੱਚ ਬੈਠ ਕੇ, ਰੱਬ ਜੀ ਦੇ ਪਿਆਰਿਆਂ ਵਿੱਚ ਬੈਠ ਕੇ, ਸਤ ਸੰਗਤ ਰੂਪ ਇਕੱਠ ਵਿੱਚ ਬੈਠ ਕੇ ਬਤੀਤ ਕਰ ਲਏਗਾ, ਲਾਹਾ ਉਸੇ ਦਾ ਹੀ ਹੈ। ਖੈਰ, ਤੇ ਮਨੁੱਖ ਨੂੰ ਇਸ ਪਾਵਨ ਬਾਣੀ ਦੇ ਵਿੱਚ ਵਣਜਾਰਾ ਕਹਿ ਕੇ ਸਤਿਗੁਰੂ ਜੀ ਸੰਬੋਧਨ ਕਰ ਰਹੇ ਵੀ ਇਹ ਸੌਦਾਗਰ ਹੈ। ਜਿਹਨੂੰ ਬਾਪੂ ਜੀ ਨੇ ਆਖਿਆ ਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਹੁਣ ਲਾਹਾ ਲੈਣ ਕੌਣ ਆਏਗਾ? ਸੌਦਾਗਰ ਹੀ ਆਏਗਾ ਨਾ, ਵਪਾਰੀ ਆਏਗਾ ਵੀ ਮੈਂ ਲਾਹਾ ਖੱਟਣ ਚੱਲਿਆ। ਪਰ ਬਾਪੂ ਜੀ ਕਹਿੰਦੇ ਵੀ ਜਿੱਥੇ ਤੂੰ ਲਾਹਾ ਲੈਣ ਵਾਸਤੇ ਆਇਆ, ਉੱਥੇ ਖਿਆਲ ਰੱਖੀ, ਲੱਗਾ ਕਿਤ ਕੋ ਫੱਕੜੇ। ਕਿੱਥੇ ਲੱਗ ਗਿਆ? ਸਭ ਮੁੱਕਦੀ ਚੱਲੀ ਰੈਣ, ਜ਼ਿੰਦਗੀ ਲੰਘਦੀ ਜਾ ਰਹੀ ਹੈ। ਰੈਣ ਲਫ਼ਜ਼ ਸਤਿਗੁਰੂ ਜ਼ਿੰਦਗੀ ਵਾਸਤੇ ਹੀ ਵਰਤ ਰਹੇ, ਰਾਤ ਲਫ਼ਜ਼। ਹੁਣ ਬਾਪੂ ਜੀ ਅੱਜ ਗੁਰੂ ਨਾਨਕ ਸਾਹਿਬ ਕਹਿ ਰਹੇ, ਕਹਿੰਦੇ ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ। ਹੇ ਵਣਜਾਰਿਆ, ਹੇ ਸੌਦਾਗਰਾ, ਜ਼ਿੰਦਗੀ ਦਾ ਤੇਰੀ ਦਾ ਪਹਿਲਾ ਪਹਿਰ ਸ਼ੁਰੂ ਹੋ ਗਿਆ। ਤੇ ਉਹ ਪਹਿਲਾ ਪਹਿਰ ਕਿਵੇਂ ਸ਼ੁਰੂ ਹੋਇਆ? ਹੁਕਮ ਪਾਇਆ ਗਰਭਾਸ। ਰੱਬ ਜੀ ਦੇ ਹੁਕਮ ਅਨੁਸਾਰੀ ਤੂੰ ਗਰਭ ਵਿੱਚ ਵਾਸਾ ਲੈ ਲਿਆ, ਜਾਂ ਇਉਂ ਕਹਿ ਲਈਏ ਵੀ ਤੇਰਾ ਗਰਭ ਵਿੱਚ ਵਾਸਾ ਹੋ ਗਿਆ। ਇਹ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ, ਜੀਵਨ ਦੀ ਸ਼ੁਰੂਆਤ ਹੈ। ਹੁਣ ਇਸ ਜਦੋਂ ਹੁਕਮ ਦੀ ਆਪਾਂ ਬਾਤ ਕਰਦੇ ਹਾਂ, ਸਤਿਗੁਰੂ ਜੀ ਕੀ ਬਾਣੀ ਨੂੰ ਜਦੋਂ ਪੜ੍ਹਦੇ ਹਾਂ, ਬਾਪੂ ਜੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਆਪਾਂ ਨੂੰ ਸਮਝਾਉਂਦੇ ਨਾ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਜਦੋਂ ਭਾਣਾ ਵਰਤਦਾ ਹੈ ਤੇ ਉਦੋਂ ਜੀਵ ਸੰਸਾਰ ਉੱਤੇ ਜਨਮ ਲੈਂਦਾ। ਹੁਣ ਖਿਆਲ ਰੱਖੀਏ, ਇੱਕ ਬਾਪੂ ਜੀ ਨੇ ਲਫ਼ਜ਼ ਬੜਾ ਪਿਆਰਾ ਵਰਤਿਆ, ਹੁਕਮ ਪਿਆ ਗਰਭਾਸ। ਰੱਬ ਜੀ ਦਾ ਹੁਕਮ ਹੋਇਆ ਤੇ ਤੂੰ ਗਰਭ ਵਿੱਚ ਵਾਸਾ ਲਿਆ। ਉਹਦੇ ਹੁਕਮ ਤੋਂ ਬਿਨਾਂ ਗਰਭ ਵਿੱਚ ਵਾਸਾ ਨਹੀਂ। ਸੰਸਾਰਿਕ ਤੌਰ ਤੇ ਜਦੋਂ ਆਪਾਂ ਵਿਚਰਦੇ ਹਾਂ, ਸਮਾਜਿਕ ਤੌਰ ਤੇ ਵਿਚਰਦੇ ਹਾਂ, ਆਪਾਂ ਇੱਕ ਖਿਆਲ ਰੱਖੀਏ, ਕਈ ਪਰਿਵਾਰ ਐਸੇ ਹੋਣਗੇ ਜਾਂ ਹੈਨ ਜਿਹੜੇ ਔਲਾਦ ਦੇ ਸੁੱਖ ਨੂੰ ਤਰਸ ਰਹੇ ਨੇ।
ਵੀ ਸਾਨੂੰ ਔਲਾਦ ਦਾ ਸੁੱਖ ਮਿਲੇ, ਅਸੀਂ ਵੀ ਆਪਣੀ ਜਿਹੜਾ ਜੀਵਨ ਹੈ ਉਹਦੇ ਵਿੱਚ ਮਾਂ ਵਾਲਾ, ਪਿਤਾ ਵਾਲਾ ਸੁੱਖ ਹੰਢਾ ਸਕੀਏ। ਇੱਕ ਖਿਆਲ ਅਸੀਂ ਇਹ ਰੱਖ ਕੇ ਚੱਲੀਏ ਕਿ ਚਾਹੇ ਬਾਲਕ ਹੈ ਤੇ ਚਾਹੇ ਬੱਚੀ ਹੈ, ਜਿਹਨੂੰ ਆਪਾਂ ਔਲਾਦ ਰੂਪ ਕਹਿ ਲਈਏ, ਰੱਬ ਜੀ ਦੇ ਹੁਕਮ ਤੋਂ ਬਿਨਾਂ ਇਹ ਦਾਤ ਨਹੀਂ ਮਿਲਦੀ। ਜਦੋਂ ਹੁਕਮ ਵਰਤਦਾ ਹੈ, ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਹੁਕਮ ਹੁੰਦਾ, ਉਦੋਂ ਕਿਤੇ ਜਾ ਕੇ ਜੀਵ ਨੂੰ ਔਲਾਦ ਦਾ ਸੁੱਖ ਪ੍ਰਾਪਤ ਹੁੰਦਾ। ਖੈਰ, ਸਤਿਗੁਰੂ ਕਹਿੰਦੇ ਤੂੰ ਹੁਕਮ ਅਨੁਸਾਰੀ ਗਰਭ ਵਿੱਚ ਵਾਸਾ ਲੈ ਲਿਆ, ਹੁਣ ਤੇਰਾ ਉਸ ਵਕਤ ਹਾਲਤ ਕੀ ਹੈ? ਸਿਰ ਤਲੇ ਪੈਰ ਉੱਪਰੈ ਵਸੰਦੜੋ ਕੋਹ ਥੜੈ ਥਾਏ, ਇਹ ਤੇਰੀ ਹਾਲਤ ਹੈ। ਜਿਹਨੂੰ ਕਹਿ ਰਹੇ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਵੀ ਤੂੰ ਉਰਦ ਕਹਿੰਦੇ ਉਲਟਾ ਲਟਕਿਆ ਹੋਇਆ, ਤਪ ਅੰਤਰ ਕਰੇ, ਵੀ ਤੂੰ ਉਸ ਵਕਤ ਨਾ ਉਲਟਾ ਲਟਕਿਆ ਤਪ ਕਰ ਰਿਹਾ, ਮਤਲਬ ਰੱਬ ਜੀ ਦੀ ਬੰਦਗੀ ਕਰ ਰਿਹਾ। ਤੇ ਰੱਬ ਜੀ ਦੀ ਬੰਦਗੀ ਕਰਦਿਆਂ ਹੋਇਆਂ ਵਣਜਾਰਿਆ ਮਿੱਤਰਾ, ਤੂੰ ਖਸਮ ਛੇਤੀ ਅਰਦਾਸ ਆਪਣੇ ਖਸਮ ਦੇ ਅੱਗੇ ਅਰਜ਼ੋਈ ਕਰ ਰਿਹਾ। ਕਾਦੀ? ਕਿ ਇਸ ਗਰਭ ਦੀ ਅੱਗ ਵਿੱਚ ਸੜਨ ਨਾ ਦੇਈ, ਇਹ ਅਰਜ਼ੋਈ ਕਰ ਰਿਹਾ। ਬਾਪੂ ਜੀ ਕਹਿੰਦੇ ਵੀ ਉਦੋਂ ਹਾਲਤ ਇਹ ਸੀ ਵੀ ਮੁਖ ਤਲੇ ਪੈਰ ਉੱਪਰੈ ਵਸੰਦੜੋ ਕੋਹਥੜੇ ਥਾਏ, ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰ ਹੈ ਜਿਸਦਾ ਨਹੀਂ, ਵੀ ਤੂੰ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਕਿਉਂ ਵਿਸਾਰਤਾ, ਜਿਹਦੇ ਸਦਕਾ ਤੇਰਾ ਉਧਾਰ ਹੋਇਆ, ਜਾਂ ਜਿਹਦੇ ਸਦਕਾ ਤੂੰ ਸਮਾਜ ਉੱਤੇ ਪਹਿਲੀ ਕਿਲਕਾਰੀ ਲਈ, ਜਾਂ ਸਮਾਜ ਉੱਤੇ ਤੂੰ ਆਇਆ, ਉਹੀ ਵਿਸਾਰਤਾ। ਉਦੋਂ ਤੇ ਅਰਜ਼ੋਈਆਂ ਕਰਦਾ ਕਹਿ ਰਿਹਾ ਸੀ ਵੀ ਰੱਬ ਜੀ ਇਸ ਗਰਭ ਦੀ ਅੱਗ ਤੋਂ ਰੱਖ ਲਓ, ਉਹਨੇ ਰੱਖਿਆ। ਕਈ ਵਾਰ ਆਪ ਜੀ ਅੱਗੇ ਅਰਜ਼ੋਈ ਕੀਤੀ ਵੀ ਆਪਾਂ ਕੋਈ ਵਸਤੂ, ਕੋਈ ਭੋਜਨ ਛਕੀਏ, ਪੇਟ ਦੀ ਅਗਨ ਇੰਨੀ ਕੁ ਜ਼ਿਆਦਾ ਤਪਸ਼ ਵਾਲੀ ਹੈ ਕਿ ਸਖਤ ਤੋਂ ਸਖਤ ਭੋਜਨ ਵੀ 8 ਘੰਟਿਆਂ ਦੇ ਅੰਦਰ ਡਾਈਜੈਸਟ ਕਰ ਦਿੰਦੀ ਹੈ। ਜਿਹਨੂੰ ਸਮਝਣ ਵਾਸਤੇ ਆਪਾਂ ਇਉਂ ਵੀ ਕਹਿ ਸਕਦੇ ਹਾਂ ਵੀ ਜਿਨ੍ਹਾਂ ਨੇ ਮਾਸ ਦਾ ਸੇਵਨ ਕੀਤਾ, ਉਹ ਮਾਸ ਨੂੰ ਵੀ ਇਸ ਅੱਗ ਨੇ 8 ਘੰਟਿਆਂ ਵਿੱਚ, ਵੱਧ ਤੋਂ ਵੱਧ 8 ਘੰਟਿਆਂ ਵਿੱਚ ਪਚਾਤਾ, ਸਾੜਤਾ, ਡਾਈਜੈਸਟ ਕਰਤਾ। ਤੇ ਮਨੁੱਖਾ ਸਰੀਰ ਕੀ ਹੈ? ਚਮੜੀ ਹੋਈ ਹੈ, ਮਾਸ ਦਾ ਟੁਕੜਾ ਹੀ ਹੈ। ਪਰ ਉਹ ਪਰਮੇਸ਼ਵਰ ਇਹਨੂੰ ਸੇਕ ਵੀ ਨਹੀਂ ਲੱਗਣ ਦਿੰਦਾ, ਰਹਿ ਤੇ ਉਸੇ ਅਗਨ ਵਿੱਚ ਰਿਹਾ, ਉਸੇ ਅੱਗ ਵਿੱਚ ਸੜ ਰਿਹਾ, ਉਸੇ ਅੱਗ ਦੇ ਵਿੱਚ ਮੌਜੂਦ ਹੈ। ਪਰ ਉਸ ਜਗ੍ਹਾ ਦੇ ਉੱਤੇ ਪਰਮੇਸ਼ਵਰ ਆਪ ਰਖਵਾਲਾ ਬਣ ਕੇ ਬੈਠਾ ਹੈ। ਫਿਰ ਇਹ ਵੀ ਨਹੀਂ ਕੋਈ ਪਲ, 2 ਪਲ, 4 ਪਲ, ਮਹੀਨਾ, 2 ਸਾਹਿਬ ਜੀ ਬਾਣੀ ਚ ਕਹਿੰਦੇ 10 ਮਾਸੀ ਬਾਲਕ ਜਨਮ ਲਿਆ। 9 ਤੋਂ 10 ਮਹੀਨਿਆਂ ਦਾ ਸਮਾਂ ਤੂੰ ਉਸੇ ਅੱਗ ਵਿੱਚ ਰਿਹਾ, ਕੌਣ ਸੰਭਾਲ ਰਿਹਾ? ਕੋਈ ਤਾਕਤ ਤੇ ਕੰਮ ਕਰ ਹੀ ਰਹੀ ਹੈ ਨਾ। ਵੀ ਮਾਂ ਭੋਜਨ ਛਕ ਰਹੀ ਹੈ, ਉਹ ਭੋਜਨ ਪਚ ਰਿਹਾ, ਪਰ ਉਸ ਭੋਜਨ ਦੇ ਨਾਲ ਗਰਭ ਦੇ ਅੰਦਰ ਬਾਲਕ ਦਾ ਵਾਸਾ ਵੀ ਹੈ, ਉਹਨੂੰ ਸੇਕ ਵੀ ਨਹੀਂ ਲੱਗਾ। ਕੌਣ ਸੰਭਾਲ ਰਿਹਾ? ਬਾਪੂ ਜੀ ਫਿਰ ਬਾਣੀ ਚ ਕਹਿੰਦੇ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਾਹ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ। ਰੱਬ ਜੀ ਸਾਨੂੰ ਤਾਰ ਲਓ। ਵੀ ਜਿੱਥੇ ਉਸ ਅਗਨ ਤੋਂ ਬਚਾਇਆ ਆਪ ਜੀ ਨੇ ਸੰਸਾਰ ਦੇ ਉੱਤੇ ਜੀਵਨ ਦਿੱਤਾ,
ਸੰਸਾਰ ਉੱਪਰ ਜ਼ਿੰਦਗੀ ਦਿੱਤੀ, ਉੱਥੇ ਕਿਰਪਾ ਕਰੋ ਆ ਸੰਸਾਰ ਸਾਗਰ ਰੂਪੀ ਜਿਹੜੀ ਮੋਹ ਦੀ ਅੱਗ ਹੈ ਇਹਦੇ ਵਿੱਚੋਂ ਵੀ ਬਚਾ ਲਓ। ਜਿਹਨੂੰ ਬਾਪੂ ਜੀ ਕਹਿੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਝੈ ਨਾਨਕਾ ਤਰੀਐ ਕਰਮੀ ਲੱਗ। ਅੱਗ ਵਿੱਚ ਸੜਨ ਤੋਂ ਬਚਾਉਣਾ ਕਿੰਨੇ? ਜਿਹਨੇ ਉਸ ਅੱਗ ਤੋਂ ਵੀ ਬਚਾਇਆ ਸੀ ਜਿੱਥੇ ਕੋਈ ਸਹਾਇਕ ਵੀ ਨਹੀਂ ਸੀ। ਇਸੇ ਕਰਕੇ ਤੇ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਉਪਦੇਸ਼ ਦਿੰਦਿਆਂ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਜ਼ਿਕਰ ਕਰਦੇ ਤੇ ਮਾਲਕ ਪਾਤਸ਼ਾਹ ਜੀ ਆਖਦੇ ਨਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਉੱਥੇ ਕੱਲਾ ਸੰਭਾਲ ਨਹੀਂ ਰਿਹਾ, ਪ੍ਰਤਪਾਲਣਾ ਵੀ ਕਰ ਰਿਹਾ। ਇਹ ਨਹੀਂ ਵੀ ਉਹਨੇ ਸੇਕ ਤੋਂ ਬਚਾ ਲਿਆ ਤੇ ਬਸ, ਨਹੀਂ, ਜਿੱਥੇ ਬਚਾਇਆ ਉੱਥੇ ਨਾਲ ਪਾਲਿਆ, ਉਹਨੇ ਪਰਵਰਿਸ਼ ਕੀਤੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ। ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਹੁਣ ਖਿਆਲ ਕਰੋ, ਸੰਸਾਰਕ ਤੌਰ ਤੇ ਕਿਤੇ ਕੋਈ ਇਦਾਂ ਦੇ ਹਾਲਾਤ ਬਣ ਜਾਣ ਵੀ ਕਿਤੇ ਅੱਗ ਵਿੱਚ ਕੋਈ ਝੁਲਸ ਰਿਹਾ ਹੋਵੇ, ਜਦੋਂ ਵੇਖਿਆ ਨਾ ਵੀ ਅੱਗ ਬੇਕਾਬੂ ਹੋ ਗਈ, ਅਸੀਂ ਬਚਾਉਣ ਵੀ ਨਹੀਂ ਜਾਂਦੇ। ਆਹਾਰ ਪਹੁੰਚਾਉਣਾ ਤੇ ਬੜੀ ਦੂਰ ਦੀ ਗੱਲ ਹੈ। ਇਹ ਅੱਗ ਵਿੱਚ ਸੜਦੇ ਨੂੰ ਅਸੀਂ ਬਚਾਉਣਾ ਤੇ ਕੀ ਹੈ, ਆਪ ਨਹੀਂ ਜਾਂਦੇ। ਹਾਂ, ਫੋਨ ਕਰਕੇ ਕੋਈ ਐਮਰਜੈਂਸੀ ਕਾਲ ਕਰਕੇ ਕਿਸੇ ਨੂੰ ਸੱਦ ਲਈਏ ਵੀ ਸਾਡੀ ਮਦਦ ਕਰੋ, ਤੇ ਉਹ ਆ ਕੇ ਕੋਈ ਉਪਕਾਰ ਕਰ ਜਾਏ, ਬਚਾ ਜਾਏ, ਤੇ ਬਾਤ ਵੱਖਰੀ ਹੈ। ਪਰ ਅਸੀਂ ਹਿੰਮਤ ਨਹੀਂ ਕੀਤੀ ਵੀ ਜਾ ਕੇ ਅੱਗ ਵਿੱਚੋਂ ਬਚਾ ਲਈਏ। ਆਹਾਰ ਪਹੁੰਚਾਉਣਾ ਤੇ ਬੜੀ ਦੂਰ ਦੀ ਗੱਲ। ਭੋਜਨ ਦੇ ਆਵਾਂਗੇ ਵੀ ਚੱਲ ਕੋਈ ਨਹੀਂ ਭਾਈ, ਮੈਂ ਤੈਨੂੰ ਬਚਾ ਤੇ ਨਹੀਂ ਸਕਦਾ, ਪਰ ਮੈਂ ਤੈਨੂੰ ਭੋਜਨ ਦੇਣ ਆ ਗਿਆ। ਮਾਲਕ ਕਹਿੰਦੇ ਵੀ ਸੋ ਕਿਉ ਮਨੋ ਵਿਸਾਰੀਐ। ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਫਿਰ ਦੱਸਿਆ ਅੱਗ ਕਿਉਂ ਨਹੀਂ ਲੱਗਦੀ, ਕਿਉਂ ਨਹੀਂ ਸੜਦਾ। ਉਸ ਨੂੰ ਕਿਹ ਪੋਹ ਨਾ ਸਕਈ ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏਵੜ ਦਾਤਾ ਸੋ ਕਿਉਂ ਮਨਹੁ ਵਿਸਾਰੀਐ। ਹੁਣ ਸੰਭਾਲ ਕੌਣ ਕਰ ਰਿਹਾ? ਬਾਪੂ ਜੀ ਕਹਿੰਦੇ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਤੂੰ ਤਪ ਕਰ ਰਿਹਾ ਸੀ, ਪਰ ਫਰਕ ਇਹ ਸੀ ਵੀ ਉਦੋਂ ਤੂੰ ਉਲਟਾ ਲਟਕ ਰਿਹਾ ਸੀ। ਹੁਣ ਉਲਟਾ ਲਟਕਾ ਕੇ ਨਾ, ਇੱਕ ਇਹਨੂੰ ਕਹਿ ਸਕਦੇ ਆ, ਜਦੋਂ ਸਮਾਜਿਕ ਤੌਰ ਤੇ ਵੇਖੀਏ ਤੇ ਇਹਨੂੰ ਟੌਰਚਰ ਕਰਨ ਦਾ ਇੱਕ ਸਾਧਨ ਵੀ ਮੰਨਿਆ ਜਾਂਦਾ, ਵੀ ਫੜ ਕੇ ਉਲਟਾ ਲਟਕਾ ਦੋ। ਆਪਾਂ ਜਦੋਂ ਕਿਸੇ ਨੂੰ ਡਰਾਉਣਾ ਹੋਵੇ ਤੇ ਬੱਚੇ ਨੂੰ ਤੇ ਕੀ ਕਹਿੰਦੇ ਵੀ ਤੈਨੂੰ ਉਲਟਾ ਲਟਕਾ ਦੇਣਾ। ਉਦੋਂ ਇਹਨੂੰ ਰੱਬ ਚੇਤੇ ਆਇਆ, ਅਰਜ਼ੋਈਆਂ ਕਰਦਾ ਰਿਹਾ ਵੀ ਰੱਬ, ਕਿਉਂਕਿ ਦੂਜੇ ਪਾਸੇ ਸਤਿਗੁਰੂ ਜੀ ਬਾਣੀ 'ਚ ਇੱਕ ਲਫ਼ਜ਼ ਇਹ ਵੀ ਵਰਤਦੇ, ਕਈ ਜਨਮ ਗਰਭ ਹਿਰ ਖਰਿਆ। ਕਿੰਨੀ ਵਾਰ ਬਿਨਾਂ ਸੰਸਾਰ ਤੇ ਆਇਆ ਤੇਰੀ ਜ਼ਿੰਦਗੀ ਦੀ ਰੌ ਖਤਮ ਹੋਈ ਹੋਏਗੀ। ਇਸ ਦਾ ਕੋਈ ਤਕਾਜ਼ਾ ਨਹੀਂ, ਕਿਉਂਕਿ ਜਦੋਂ ਆਪਾਂ ਵਿਗਿਆਨ ਪੜ੍ਹਦੇ ਹਾਂ, ਸਾਇੰਸ ਪੜ੍ਹਦੇ ਹਾਂ, ਤੇ ਸਾਇੰਸ ਇਹ ਗੱਲ ਮੰਨਦੀ ਹੈ, ਵਿਗਿਆਨ ਇਹ ਸਾਨੂੰ ਸੋਝੀ ਦਿੰਦਾ ਹੈ ਕਿ ਜਦੋਂ ਇੱਕ ਬਾਲਕ ਮਾਤਾ ਦੇ ਗਰਭ ਵਿੱਚ ਵਾਸਾ ਲੈਂਦਾ ਤੇ ਉਹਦੇ ਨਾਲ ਹੋਰ ਕਈ ਜੀਵ ਦੇ ਅੰਸ਼ ਹੁੰਦੇ ਨੇ, ਪਰ ਉਹਨਾਂ ਅੰਸ਼ਾਂ ਦੇ ਵਿੱਚੋਂ ਬਚਦਾ ਇੱਕੋ ਹੀ ਹੈ। ਬਚਿਆ ਕਿਹੜਾ? ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣ ਗਿਆ। ਅੰਸ਼ ਤੇ ਕਈ ਜੀਵਾਂ ਦੇ ਸੀ, ਕਈ ਜੀਵਾਂ ਦੀ ਹੋਂਦ ਦੇ ਅੰਸ਼ ਸਨ, ਪਰ ਇੱਕੋ ਹੀ ਜੀਵ ਬਚਿਆ।
ਉਹ ਪਰਮੇਸ਼ਵਰ ਦੀ ਖੇਡ ਹੈ। ਹੋ ਸਕਦਾ 2 ਬਚ ਜਾਣ। ਆਪਾਂ ਕਈ ਵਾਰ ਸਮਾਜ ਤੇ ਵੇਖਦੇ ਹੀ ਆ ਨਾ, ਜਦੋਂ ਟਵਿਨਸ ਜਾਂ ਜੁੜਵਾ ਸੰਸਾਰ ਤੇ ਜਨਮ ਲੈਂਦੇ, ਬਸ ਜਿਹੜਾ ਉਹਦੀ ਰਹਿਮਤ ਦਾ ਪਾਤਰ ਬਣ ਗਿਆ ਉਹ ਬਚ ਗਿਆ, ਬਾਕੀ ਹੋਂਦ ਹੋਣ ਦੇ ਬਾਵਜੂਦ ਵੀ ਅਣਹੋਂਦ ਹੋ ਗਈ। ਸਤਿਗੁਰੂ ਜੀ ਆਖਦੇ, ਕਹਿੰਦੇ ਉਦੋਂ ਤੂੰ ਖਸਮ ਛੇਤੀ ਆਪਣੇ ਖਸਮ ਦੇ ਨਾਲ, ਆਪਣੇ ਮਾਲਕ ਦੇ ਅੱਗੇ ਕੀ ਕਰਦਾ ਰਿਹਾ? ਅਰਦਾਸ ਕਰਦਾ ਰਿਹਾ। ਤੇ ਅਰਦਾਸ ਕੀ ਸੀ ਤੇਰੀ? ਕਿ ਮੈਨੂੰ ਇਸ ਅਗਨ ਤੋਂ ਆਪ ਜੀ ਬਚਾ ਲਓ, ਸੰਸਾਰ ਉੱਪਰ ਜੀਵਨ ਮੈਨੂੰ ਮਿਲ ਜਾਵੇ। ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਨਾ ਮਰਜਾਦ ਆਇਆ ਕਲ ਪੀਤਰ, ਬਾਹੜ ਜਾਸੀ ਨਾਗਾ। ਸਤਿਗੁਰੂ ਕਹਿੰਦੇ ਖਸਮ ਛੇਤੀ ਅਰਦਾਸ ਵਖਾਣੈ। ਅਰਦਾਸ ਵਖਾਣ ਰਿਹਾ ਹੁਣ, ਤੇ ਅਰਦਾਸ ਵਖਾਣ ਦਾ ਉਰਦ ਧਿਆਨ ਲਿਵ ਲਾਗਾ, ਉਲਟਾ ਹੈ, ਤੇ ਧਿਆਨ ਚ ਜੁੜਿਆ ਲਿਵ ਲੱਗੀ ਹੋਈ। ਤੇ ਉਹ ਜਦੋਂ ਕਿਉਂਕਿ ਇਸ ਗੱਲ ਦਾ ਪ੍ਰਮਾਣ ਵੀ ਸਾਹਿਬ ਦਿੰਦੇ ਨਾ, ਵੀ ਜਦੋਂ ਸੰਸਾਰ ਤੇ ਆਇਆ ਤੇ ਕੀ ਹੋਇਆ? ਲਿਵ ਛੁੜਕੀ। ਇਹਦਾ ਮਤਲਬ ਪਹਿਲਾਂ ਲੱਗੀ ਹੋਈ ਸੀ ਤਾਂ ਹੀ ਛੁੱਟੀ ਹੈ ਨਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹਨੇ ਆਪਣਾ ਖੇਡ ਚਲਾ ਲਿਆ। ਇਸ ਗੱਲ ਨੂੰ ਸਮਝਣਾ ਹੋਵੇ ਨਾ, ਤੇ ਆਪਾਂ ਇਸ ਤਰੀਕੇ ਸਮਝ ਸਕਦੇ ਹਾਂ ਵੀ ਸੰਸਾਰ ਤੇ ਜੀਵਨ ਜਿਉਂਦਾ ਬਈ ਇਨਸਾਨ ਜਿਹੜਾ ਕਾਰ ਵਿਹਾਰ ਕਰਦਾ, ਇਹਦੇ ਕਾਰ ਵਿਹਾਰ ਕਰਦੇ ਦੇ ਉੱਤੇ ਨਜ਼ਰ ਕਈਆਂ ਦੀ ਹੈ। ਬਸ ਉਡੀਕ ਹੈ ਵੀ ਇਹ ਮਾੜਾ ਜਿਹਾ ਪਾਸੇ ਹੋਵੇ ਤੇਰਾ, ਸਾਨੂੰ ਮਿਲ ਜਾਏ। ਉਹ ਕਿਤੇ ਇੱਕ ਅੱਧੇ ਪਲ ਵਾਸਤੇ ਉਹਦਾ ਧਿਆਨ ਪਾਸੇ ਹੋਇਆ ਨਹੀਂ ਤੇ ਸਾਰਾ ਹੀ ਖੇਡ ਵਿਗੜ ਜਾਂਦਾ। ਇਸੇ ਤਰ੍ਹਾਂ ਹੀ ਆ ਖੇਡ ਚੱਲ ਰਹੀ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਰਤਾ ਮਾਤਰ ਹੀ ਸਿਰਫ। ਉਹ ਜਦੋਂ ਰਤਾ ਮਾਤਰ ਇੱਕ ਵਾਰੀ ਮੌਕਾ ਮਿਲਦਾ ਹੈ, ਉਧਰੋਂ ਉਹ ਤਾਕ ਵਿੱਚ ਹੀ ਬੈਠੀ ਹੈ। ਕੌਣ? ਮਾਇਆ। ਉਹ ਆਪਣਾ ਹੁਕਮ ਜਮਾ ਲੈਂਦੀ। ਜਿਹਨੂੰ ਆਪਾਂ ਇਉਂ ਕਹਿ ਲਈਏ ਵੀ ਇੱਕ ਜੀਵ ਪਿੰਜਰੇ ਦੇ ਵਿੱਚ ਪਿਆ, ਉਹ ਬੜਾ ਸੋਹਣਾ ਜਿਉਂਦਾ ਬੈਠਾ, ਆਸ ਲਾ ਕੇ ਵੀ ਜ਼ਿੰਦਗੀ ਬੜੀ ਲਮੇਰੀ ਹੈ। ਉਹ ਕਿਤੇ ਰਤਾ ਮਾਤਰ ਪਲ 2 ਪਲ ਵਾਸਤੇ ਪਿੰਜਰਾ ਖੁੱਲਾ ਰਹਿ ਗਿਆ। ਬਾਹਰ ਹੀ ਬਿੱਲੀ ਤਾਕ ਲਾ ਕੇ ਬੈਠੀ ਸੀ, ਉਹਨੇ ਮੌਕਾ ਛੱਡਣਾ ਥੋੜੀ। ਉਸੇ ਵਕਤ ਹੀ ਉਹ ਭਾਵੇਂ ਹੋ ਸਕਦਾ ਬੰਦ ਪਿੰਜਰੇ ਵਿੱਚ 2 ਸਾਲ 4 ਹੋਰ ਕੱਢ ਜਾਂਦਾ, ਪਰ ਉਹ 2-4 ਪਲਾਂ ਵਾਸਤੇ ਪਿੰਜਰਾ ਖੁੱਲਾ ਉਹਦੀ ਮੌਤ ਨੂੰ ਆਵਾਜ਼ ਮਾਰ ਗਿਆ, ਜ਼ਿੰਦਗੀ ਗਵਾ ਗਿਆ ਉਹ। ਤੇ ਸਾਡੇ ਜੀਵਨ ਦੀ ਆਰੰਭਤਾ ਕਿਵੇਂ ਹੁੰਦੀ? ਰੱਬ ਜੀ ਨੇ ਆਪਣੇ ਨਾਮ ਰੂਪੀ ਕਵਚ ਵਿੱਚ ਸਾਨੂੰ ਸਮੇਟਿਆ ਹੋਇਆ, ਤੇ ਮਾਇਆ ਰੂਪੀ ਬਿੱਲੀ ਤਾਕ ਲਾ ਕੇ ਬੈਠੀ। ਮਾੜਾ ਜਿਹਾ ਕਿਤੇ ਮੌਕਾ ਮਿਲੇ ਸਹੀ, ਉਸੇ ਵੇਲੇ ਹੀ ਝਟਕਾ ਦੇਣਾ ਆਪਾਂ। ਔਰ ਮਾਲਕ ਕਹਿੰਦੇ ਵੀ ਜਦੋਂ ਉਸ ਕਵਚ ਤੋਂ ਰਤਾ ਮਾਤਰ ਸਮਾਂ ਮਿਲਿਆ, ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਬਸ ਉਹ ਮਾੜੀ ਜਿਹੀ ਹੋਈ, ਸਿਰਫ ਉਹ 1-2 ਪਲਾਂ ਵਾਸਤੇ ਖੁੰਝਿਆ ਹੋਇਆ ਇਨਸਾਨ ਸਾਰੀ ਜ਼ਿੰਦਗੀ ਹੀ ਲੰਘ ਜਾਂਦੀ। ਮੁੜ ਕੇ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹਨੇ ਆਪਣਾ ਹੁਕਮ ਚਲਾ ਲਿਆ। ਫਿਰ ਉਹ ਆਪਣੇ ਹੁਕਮ ਵਿੱਚ ਐਸਾ ਬੰਨ੍ਹਦੀ ਹੈ ਕਿ ਜੀਵ ਸਾਰੀ ਜ਼ਿੰਦਗੀ ਨੱਚਦਾ ਹੀ ਰਹਿ ਜਾਂਦਾ ਹੈ, ਫਿਰ ਆਪਣਾ ਆਪ ਬਚਾ ਨਹੀਂ ਸਕਿਆ। ਸਾਹਿਬ ਕਹਿੰਦੇ ਖਸਮ ਛੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਇਹਦਾ ਧਿਆਨ ਜੁੜਿਆ ਹੋਇਆ ਸੀ, ਲਿਵ ਲੱਗੀ ਹੋਈ ਹੈ, ਪਰ ਹੋਇਆ ਕੀ ਹੁਣ? ਕਹਿੰਦੇ ਸਮਾਜ ਉੱਤੇ ਜਨਮ ਲੈਣ ਦੀ ਵਾਰੀ ਆ ਗਈ। ਤੇ ਆਇਆ ਕਿਵੇਂ? ਨਾਮ ਮਰਿਆਦ।
ਕੋਈ ਮਰਿਆਦਾ ਨਹੀਂ, ਕੋਈ ਮੱਥੇ ਤੇ ਨਿਸ਼ਾਨ ਨਹੀਂ, ਕੋਈ ਉੱਤੇ ਉਕਰਿਆ ਨਹੀਂ ਹੋਇਆ ਵੀ ਤੂੰ ਫਲਾਣਾ ਹੈ, ਤੂੰ ਇਹ ਮਜ਼ਹਬ 'ਚ ਜਾਏਗਾ, ਕੁਝ ਨਹੀਂ। ਨਾ ਮਰਿਆਦ ਆਇਆ ਕਲ ਭੀਤਰ, ਸੰਸਾਰ ਤੇ ਆ ਗਿਆ। ਕੋਈ ਕੱਪੜਾ ਨਹੀਂ ਸੀ, ਕੋਈ ਵਸਤਰ ਨਹੀਂ ਸੀ, ਜਿਹਨੂੰ ਆਪਾਂ ਵਸਤਰਹੀਨ, ਜਦੋਂ ਬਾਲਕ ਜਨਮ ਲੈਂਦਾ, ਔਲਾਦ ਬੱਚਾ ਜਨਮ ਲੈਂਦਾ ਤੇ ਕੋਈ ਨਿਸ਼ਾਨ ਚਿੰਨ੍ਹ ਹੈ, ਜਾਂ ਉਹਦੇ ਮਸਤਕ ਤੇ ਕੁਝ ਲਿਖਿਆ ਹੋਵੇ, ਜਾਂ ਉਹਦੀ ਪਿੱਠ ਤੇ ਰੱਬ ਨੇ ਕੁਝ ਲਿਖ ਕੇ ਮੋਹਰ ਲਾ ਕੇ ਭੇਜਿਆ ਹੋਵੇ ਵੀ ਤੂੰ ਫਲਾਣੇ ਮਜ਼ਹਬ 'ਚ ਜਾਣਾ? ਨਹੀਂ। ਕਹਿੰਦੇ ਨਾ ਮਰਿਆਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਂਗਾ। ਜਦੋਂ ਜਾਣਾ ਉਦੋਂ ਵੀ ਤੇ ਉਵੇਂ ਹੀ ਜਾਣਾ ਨਾ, ਜਿਵੇਂ ਆਇਆ ਸੀ ਉਵੇਂ ਹੀ ਜਾਣਾ। ਬੱਚੇ ਨੇ ਸੰਸਾਰ ਤੇ ਜਦੋਂ ਜਨਮ ਲਿਆ ਨਾ, ਤੇ ਉਦੋਂ ਉਹਨੇ ਕਿਹਾ ਵੀ ਮੈਨੂੰ ਕੋਈ ਮੇਰੇ ਮਜ਼ਹਬ ਵਾਲਾ ਚੁੱਕੇ, ਜਾਂ ਡਾਕਟਰ ਕਿਹੜੇ ਮਜ਼ਹਬ ਦਾ ਹੈ, ਜਾਂ ਜਿਹੜਾ ਮੇਰੀ ਦੇਖਭਾਲ ਕਰਨ ਵਾਲਾ ਉਹ ਕਿਹੜੇ ਮਜ਼ਹਬ ਦਾ, ਕੋਈ ਸਵਾਲ ਨਹੀਂ। ਕਿਉਂਕਿ ਉਹਨੂੰ ਪਤਾ ਵੀ ਰੱਬ ਜੀ ਨੇ ਮਜ਼ਹਬ ਇੱਕੋ ਬਣਾਇਆ, ਤੇ ਉਹ ਕੀ ਹੈ? ਅਸੀਂ ਸਾਰੇ ਮਨੁੱਖ ਹਾਂ। ਉਹ ਜਿੰਨਾ ਚਿਰ ਉਹਨੂੰ ਸੋਝੀ ਆਉਂਦੀ ਹੈ, ਹੌਲੀ ਹੌਲੀ ਅਸੀਂ ਉਹਦੇ ਕੰਨਾਂ 'ਚ ਇਹ ਆਵਾਜ਼ ਪਾਈ ਨਾ ਵੀ ਤੂੰ ਆਹ ਧਰਮ ਦਾ ਨਾਲ ਸੰਬੰਧ ਰੱਖਦਾ, ਅਸੀਂ ਉਹਨੂੰ ਦੱਸਿਆ। ਜਿਹੜਾ ਉਦੋਂ ਪਹਿਲੋਂ ਉਹਦੇ ਮਾਂ ਬਾਪ ਜਿਸ ਧਰਮ ਜਿਸ ਮਜ਼ਹਬ ਨਾਲ ਸੰਬੰਧ ਰੱਖ, ਉਹ ਮਜ਼ਹਬ ਉਹਨੂੰ ਦੱਸਿਆ ਵੀ ਤੂੰ ਇਸ ਮਜ਼ਹਬ ਨਾਲ ਸੰਬੰਧ ਰੱਖਦਾ। ਜਦੋਂ ਉਹ ਮਰਿਆ, ਜੀਵ ਚੱਲਿਆ ਸੰਸਾਰ ਤੋਂ, ਮਰਨ ਤੋਂ ਬਾਅਦ 'ਚ ਵੀ ਉਹਨੇ ਨਹੀਂ ਕਿਹਾ ਵੀ ਮੈਨੂੰ ਮੇਰੇ ਮਜ਼ਹਬ ਵਾਲੇ ਕੰਧਾ ਦੇਣ, ਜਾਂ ਮੈਨੂੰ ਮੇਰੇ ਮਜ਼ਹਬ ਵਾਲੇ ਚੁੱਕ ਕੇ ਲੈ ਕੇ ਜਾਣ। ਉਹ ਤੇ ਅਸੀਂ ਲੜਾਈ ਝਗੜਾ ਪਾ ਕੇ ਬਹਿ ਗਏ ਨਾ ਵੀ ਆਹ ਫਲਾਣਿਆਂ ਦਾ ਥਾਂ ਤੇ ਆਹ ਵੱਖਰਾ ਦੂਜਿਆਂ ਦਾ ਥਾਂ। ਉਹ ਸਾਡਾ ਪਾਇਆ ਹੋਇਆ ਝਗੜਾ ਹੈ। ਉਹ ਮਰੇ ਹੋਏ ਮੁਰਦੇ ਨੇ ਤੇ ਉੱਠ ਕੇ ਕਹਿਣਾ ਨਹੀਂ ਵੀ ਕਿੱਥੇ ਲੈ ਕੇ ਚੱਲੇ ਹੋ, ਇਹ ਦੱਬਣ ਲੱਗੇ ਹੋ ਕਿ ਅੱਗ ਲਾਓਗੇ। ਉਹਨੇ ਉੱਠ ਕੇ ਥੋੜੀ ਪੁੱਛਣਾ, ਜਾਂ ਉਹਨੇ ਇਹ ਨਹੀਂ ਕਹਿਣਾ ਵੀ ਜਲ ਪ੍ਰਵਾਹ ਕਰੋਗੇ ਕਿ ਜੰਗਲ 'ਚ ਜਾ ਕੇ ਸੁੱਟ ਦਿਓਗੇ। ਉਹਨੇ ਪੁੱਛਣਾ ਉੱਠ ਕੇ। ਮਾਲਕ ਜੀ ਦੀ ਜਦੋਂ ਬਾਣੀ ਪੜ੍ਹਦੇ ਆ ਤੇ ਸਤਿਗੁਰੂ ਜੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਆ, ਸਾਨੂੰ ਸਮਝਾਉਂਦੇ, ਕਹਿੰਦੇ ਜੇ ਮਿਰਤਕ ਕੋ ਚੰਦਨ ਚੜਾਵੇਂ ਉਸ ਤੇ ਕਹੋ ਕਵਣ ਫਲ ਪਾਵੇਂ, ਜੇ ਮਿਰਤਕ ਕੋ ਬਿਸ਼ਟਾ ਮਾਹੇ ਰੁਲਾਈ ਤਾਂ ਮਿਰਤਕ ਕਾ ਕਿਆ ਘਟ ਜਾਈ। ਉਹ ਤੇ ਹੈ ਹੀ ਨਹੀਂ, ਉਹ ਤੇ ਚਲੇ ਗਿਆ। ਭਾਵੇਂ ਬਿਸ਼ਟਾ 'ਚ ਸੁੱਟ ਦਿਓ ਤੇ ਭਾਵੇਂ ਚੰਦਨ ਚੜਾ ਦਿਓ। ਅਗਲੇ ਨੇ ਉੱਠ ਕੇ ਥੋੜੀ ਕਹਿਣਾ ਵੀ ਮੈਨੂੰ ਅੱਜ ਚੰਦਨ ਦੀਆਂ ਲੱਕੜਾਂ ਨਾਲ ਅੱਗ ਲਾਉਣਗੇ, ਤੇ ਨਾ ਹੀ ਉਹਨੇ ਉੱਠ ਕੇ ਕਿ ਵੀ ਤੁਸੀਂ ਮੈਨੂੰ ਏਦਾਂ ਕਿਉਂ ਸੁੱਟ ਕੇ ਚਲੇ ਗਏ। ਉਹਨੇ ਕੁਝ ਨਹੀਂ ਕਹਿਣਾ। ਮਾਲਕ ਕਹਿੰਦੇ ਜਿਵੇਂ ਆਇਆ ਜਾਣਾ ਉਵੇਂ ਹੀ ਹੈ। ਮਤਲਬ ਆਇਆ ਵੀ ਸੀ ਬਿਨਾਂ ਕਿਸੇ ਤਰ੍ਹਾਂ ਦੇ ਮਜ਼ਹਬ ਤੋਂ, ਚਿੰਨ੍ਹ ਤੋਂ, ਹਰ ਪਾਸੇ ਤੋਂ ਕੋਈ ਮਰਿਆਦਾ ਨਹੀਂ ਸੀ, ਕੁਛ ਨਹੀਂ ਸੀ। ਤੇ ਬਹੁੜ ਜਾਸੀ ਨਾਂਗਾ, ਜਿੱਦਣ ਜਾਣਾ ਉਦਣ ਵੀ ਕੋਈ ਮਰਿਆਦਾ ਨਹੀਂ। ਜਿਉਂਦਾ ਬੰਦਾ ਸਾਰੀ ਜ਼ਿੰਦਗੀ ਹੀ ਮਰਿਆਦਾ ਸਿੱਖੀ ਜਾਂਦਾ। ਜਿੱਦਣ ਜੰਮਿਆ ਉਦਣ ਵੀ ਮਰਿਆਦਾ ਨਹੀਂ। ਉਦਣ ਤੇ ਆਪਾਂ ਬਾਪੂ ਜੀ ਦੀ ਬਾਣੀ ਪੜ੍ਹਦੇ ਆ, ਭਗਤ ਕਬੀਰ ਸਾਹਿਬ ਨੇ ਕਟਾਕਸ਼ ਕਰਦਿਆਂ ਸਵਾਲ ਰੱਖਿਆ ਉਹਨਾਂ ਅੱਗੇ ਜਿਹੜੇ ਕਹਿੰਦੇ ਸੀ ਵੀ ਅਸੀਂ ਉੱਚ ਜਾਤੀ ਵਾਲੇ ਹੁੰਨੇ ਆ। ਤੇ ਭਗਤ ਕਬੀਰ ਸਾਹਿਬ ਕਹਿੰਦੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਮੰਨ ਲੈਨੇ ਆ ਵੀ ਤੂੰ ਉੱਚਾ ਹੈ, ਤਾਂ ਆਣ ਬਾਟ ਕਾਹੇ ਨਹੀਂ ਆਇਆ। ਵੀ ਫਿਰ ਤੇਰੇ ਪੈਦਾ ਹੋਣ ਦਾ ਤਰੀਕਾ ਕੋਈ ਹੋਰ ਕਿਉਂ ਨਹੀਂ ਸੀ? ਤੂੰ ਵੀ ਉਵੇਂ ਹੀ ਸੰਸਾਰ ਵੇਖਿਆ ਜਿਵੇਂ ਮੈਂ ਵੇਖਿਆ। ਮਤਲਬ ਤੂੰ ਵੀ ਮਾਤਾ ਦੇ ਉਧਰ ਤੋਂ ਹੀ ਜਨਮ ਲਿਆ ਤੇ ਮੈਂ ਵੀ ਮਾਤਾ ਦੇ ਉਧਰ ਤੋਂ ਜਨਮ ਲਿਆ। ਫਰਕ ਤੇ ਕੁਝ ਵੀ ਨਹੀਂ। ਵੀ ਜੇ ਤੂੰ ਉੱਚਾ ਹੈ, ਵੱਡਾ ਹੈ, ਫਿਰ ਤੇਰਾ ਜਨਮ ਤੇ ਕਿਸੇ ਹੋਰ ਤਰੀਕੇ ਨਾਲ ਹੋਣਾ ਚਾਹੀਦਾ ਸੀ ਨਾ। ਪਰ ਹਾਂ ਕੀ, ਹੁਣ ਉਹ ਜਿਹਨੂੰ ਕਹਿ ਰਹੇ ਨੇ ਉਹ ਸਾਰੀ ਜ਼ਿੰਦਗੀ ਮਰਿਆਦਾ ਹੀ ਸਿਖਾਉਂਦਾ ਹੈ। ਜਿਹਨੂੰ ਉਹ ਸਵਾਲ ਕਰ ਰਹੇ
ਵੀ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ। ਜਿਹਨੂੰ ਸਵਾਲ ਬਾਬਾ ਜੀ ਨੇ ਕੀਤਾ ਭਗਤ ਕਬੀਰ ਸਾਹਿਬ ਨੇ, ਉਹ ਸਾਰੀ ਜ਼ਿੰਦਗੀ ਕੀ ਕਰਦਾ? ਮਰਿਆਦਾ ਹੀ ਦੱਸੀ ਜਾਂਦਾ ਹੈ। ਇੱਦਾਂ ਜ਼ਿੰਦਗੀ ਗੁਜ਼ਾਰਨੀ ਚਾਹੀਦੀ, ਇਸ ਸਮੇਂ 'ਚ ਆਹ ਕੁਛ ਕਰਨਾ ਚਾਹੀਦਾ, ਉਹ ਸਾਰਾ ਕੁਝ ਹੀ ਦੱਸੀ ਗਿਆ। ਤੇ ਜਦੋਂ ਬੱਚੇ ਦੇ ਜਨਮ ਲੈਣ ਦਾ ਸਮਾਂ ਹੋਇਆ ਸੀ, ਉਦੋਂ ਕਿਉਂ ਨਹੀਂ ਆ ਕੇ ਦੱਸਿਆ ਵੀ ਤੂੰ? ਜਾਂ ਜਦੋਂ ਤੇਰੇ ਜਨਮ ਲੈਣ ਦਾ ਸਮਾਂ ਸੀ, ਉਦੋਂ ਕਿਉਂ ਨਹੀਂ ਦੱਸਿਆ? ਉਦੋਂ ਕੋਈ ਮਰਿਆਦਾ ਨਹੀਂ। ਨਾ ਮਰਿਆਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਂਗਾ। ਤੇ ਜਿੱਦਣ ਜਾਣਾ ਉਦਣ ਵੀ ਜੀਵ ਇਹਨਾਂ ਚੀਜ਼ਾਂ ਤੋਂ ਮੁਕਤ ਹੈ। ਉਦਣ ਵੀ ਇਹਨਾਂ ਚੀਜ਼ਾਂ 'ਚ ਉਹਦੇ ਸਾਕ ਸੰਬੰਧੀ ਰੱਖ ਦਿੰਦੇ ਨੇ। ਉਹਨੇ ਕੁਝ ਨਹੀਂ ਕਿਹਾ, ਉਹ ਮਰੇ ਹੋਏ ਜੀਵ ਨੇ ਕੁਝ ਨਹੀਂ ਕਹਿਣਾ, ਸਿਰਫ ਸਾਕ ਸੰਬੰਧੀ ਕਹਿੰਦੇ ਨੇ ਵੀ ਆਪਾਂ ਇਦਾਂ ਸਰੀਰ ਸਾਂਭਣਾ, ਕਿਉਂਕਿ ਸਾਡਾ ਮਜ਼ਹਬ ਕਹਿੰਦਾ। ਉਹ ਮਰੇ ਹੋਏ ਨੇ ਨਹੀਂ ਕਹਿਣਾ ਵੀ ਤੁਸੀਂ ਮੇਰਾ ਸਰੀਰ ਕਿਵੇਂ ਸਾਂਭਣ ਲੱਗੇ ਹੋ। ਨਾ ਮਰਿਆਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਂਗਾ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਬਾਸ। ਬਸ ਇਹ ਹੈ ਵੀ ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਹੁਣ ਜਿੱਦਾਂ ਦੀ ਕਲਮ ਚਲਾਈ ਉਦਾਂ ਦਾ ਖੱਟੀ ਜਾਏਗਾ। ਕਲਮ ਵੀ ਤੇ ਆਪ ਹੀ ਚਲਾਈ ਨਾ ਮੁੜ ਕੇ ਸਾਰੀ ਜ਼ਿੰਦਗੀ, ਜਿੱਦਾਂ ਦੀ ਚਲਾਈ ਉਦਾਂ ਦਾ ਖੱਟੀ ਜਾਏਗਾ। ਮਤਲਬ ਜਿੱਦਾਂ ਦੇ ਕਰਮ ਕਰਦਾ ਗਿਆ ਉਦਾਂ ਦੀ ਕਲਮ ਰੂਪੀ ਲੇਖ ਬਣਦੇ ਗਏ। ਉਹ ਕਲਮ ਚੱਲਦੀ ਗਈ, ਜੋ ਕੁਝ ਕਰਦਾ ਗਿਆ ਕਲਮ ਚੱਲਦੀ ਗਈ, ਜੋ ਕੁਝ ਕਮਾਉਂਦਾ ਰਿਹਾ ਕਲਮ ਚੱਲਦੀ ਗਈ। ਜਿਹੜੇ ਜਿਹੜੇ ਕਰਮ ਕਰਦਾ ਰਿਹਾ ਉਦਾਂ ਦੇ ਹੀ ਲੇਖ ਬਣਦੇ ਗਏ। ਹੁਣ ਮਿਲੇਗਾ ਕੀ? ਤੈਸੀ ਜੀਅੜੇ, ਉਹੀ ਜੀਵ ਨੂੰ ਮਿਲ ਜਾਂਦੇ ਨੇ। ਜਿੱਦਾਂ ਦੇ ਕੀਤੇ ਉਦਾਂ ਦੇ ਮਿਲ ਗਏ, ਜਾਂ ਜਿੱਦਾਂ ਦੇ ਕਰਮ ਕਮਾਏ ਉਦਾਂ ਦੇ ਕਰਮਾਂ ਅਨੁਸਾਰੀ ਫਲ ਮਿਲ ਗਿਆ। ਜੈਸੀ ਕਲਮ ਵੁੜੀ, ਵੁੜੀ ਮਤਲਬ ਲਿਖਣਾ ਹੈ ਮਸਤਕ, ਜਿੱਦਾਂ ਦੀ ਕਲਮ ਲਿਖੀ ਹੈ ਤੈਸੀ ਜੀਅੜੇ, ਉਦਾਂ ਦੀ ਜੀਵ ਨੂੰ ਮਿਲ ਗਈ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ। ਕਹਿੰਦੇ ਨਾਨਕ ਜੀ ਇਹ ਬਾਤ ਆਖੋ ਵੀ ਪ੍ਰਾਣੀ ਦੀ ਜ਼ਿੰਦਗੀ ਦਾ, ਰਾਤ ਰੂਪ ਜ਼ਿੰਦਗੀ ਦਾ ਜਾਂ ਜ਼ਿੰਦਗੀ ਰੂਪੀ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋਇਆ। ਤੇ ਸ਼ੁਰੂ ਕਿਵੇਂ ਹੋਇਆ? ਹੁਕਮ ਪਾਇਆ ਗਰਭਾਸ। ਇਹਨੇ ਹੁਕਮ ਦੇ ਵਿੱਚ ਗਰਭ ਅੰਦਰ ਵਾਸਾ ਲੈ ਲਿਆ। ਦੂਜੇ ਪਹਿਰ ਰੈਣਕ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉ ਜਸੁਦਾ ਘਰ ਕਾਨ। ਪਹਿਲਾ ਪੈਰ ਸ਼ੁਰੂ ਹੋਇਆ, ਹੁਣ ਦੂਜੇ ਪਹਿਰ ਤੇ ਆ ਗਿਆ। ਜਦੋਂ ਦੂਜੇ ਪਹਿਰ ਦੀ ਵਾਰੀ ਆਈ ਤੇ ਸਾਹਿਬ ਕਹਿੰਦੇ ਦੂਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਉਹ ਸੌਦਾਗਰਾ ਤੇਰੀ ਜ਼ਿੰਦਗੀ ਰੂਪੀ ਰਾਤ ਦਾ ਦੂਜਾ ਪਹਿਰ ਸ਼ੁਰੂ ਹੋ ਗਿਆ। ਤੇ ਦੂਜੇ ਪਹਿਰ 'ਚ ਕੀ ਹੋਇਆ? ਵਿਸਰ ਗਿਆ ਧਿਆਨ। ਪਹਿਲੋਂ ਉਰਦ ਧਿਆਨ ਲਿਵ ਲਾਗਾ ਸੀ ਨਾ, ਉਦੋਂ ਤੇ ਉਲਟਾ ਲਟਕਿਆ ਵੀ ਧਿਆਨ ਜੋੜੀ ਬੈਠਾ ਸੀ। ਹੁਣ ਸਿੱਧਾ ਹੋ ਕੇ ਵਿਸਰ ਗਿਆ ਧਿਆਨ। ਕਿਉਂ ਧਿਆਨ ਵਿਸਰ ਗਿਆ? ਇੱਕ ਨਾ ਭਲੇ ਪੁਰਸ਼ ਨੇ ਬੜੀ ਪਿਆਰੀ ਬਾਤ ਆਖੀ, ਕਹਿੰਦਾ ਵੀ ਇਨਸਾਨ ਦੀ ਰੱਬ ਜੀ ਵੱਲੋਂ ਬਣਾਈ ਹੋਈ ਖੇਡ ਜਿਹੜੀ ਹੈ ਨਾ ਇਨਸਾਨ ਦੀ, ਉਹ ਬੜੀ ਹੈਰਾਨੀਜਨਕ ਹੈ। ਵੀ ਜਦੋਂ ਤੇ ਉਲਟਾ ਸੀ ਉਦੋਂ ਕੰਮ ਸਿੱਧੇ ਸੀ, ਤੇ ਜਦੋਂ ਸਿੱਧਾ ਹੋਇਆ ਉਦੋਂ ਕੰਮ ਉਲਟੇ ਕਰਨੇ ਸ਼ੁਰੂ ਕਰਤੇ ਨੇ। ਵੀ ਜਿਸ ਵਕਤ ਤੇ ਮਾਤਾ ਦੇ ਗਰਭ ਵਿੱਚ ਲਟਕ ਰਿਹਾ ਸੀ ਉਲਟਾ, ਉਸ ਵਕਤ ਕਰਮ ਸਿੱਧੇ ਸੀ। ਕਰਮ ਕੀ ਸੀ? ਰੱਬ ਜੀ ਵਿੱਚ ਸੁਰਤ ਜੁੜੀ, ਉਦੋਂ ਅਰਜ਼ੋਈਆਂ ਕਰਦਾ। ਇਹਦਾ ਮਤਲਬ ਇਹਦੀ ਹਾਲਤ ਵੀ ਹੋਈ ਨਾ ਵੀ ਬੱਚੇ ਜਦੋਂ ਆਪਾਂ ਕਿਤੇ ਪ੍ਰੇਮ ਨਾਲ ਉਹਨਾਂ ਨਾਲ ਖੇਡੀਏ ਨਾ, ਤੇ ਕਿਸੇ ਕਰਮ ਨੂੰ ਅਸੀਂ ਕਹੀਏ ਵੀ ਆਹ ਨਹੀਂ ਕਰਨਾ, ਤੇ ਉਹ ਕਹਿੰਦਾ ਵੀ ਮੈਂ ਤੇ ਕਰੂੰ। ਫਿਰ ਆਪਾਂ ਉਹਨੂੰ
ਥੋੜਾ ਜਿਹਾ ਝਿੜਕਦੇ ਆ ਜਾਂ ਪਿਆਰ ਨਾਲ ਉਹਨੂੰ ਜਦੋਂ ਘੂਰੀਦਾ ਤੇ ਉਹ ਕਹਿੰਦਾ ਨਹੀਂ ਕਰਦਾ, ਜਦੋਂ ਫੇਰ ਹਟ ਜਾਂਦੇ ਉਹ ਫੇਰ ਕਹਿੰਦਾ ਵੀ ਮੈਂ ਤੇ ਕਰੂੰ। ਉਹੀ ਹਾਲਤ ਇਨਸਾਨ ਦੀ ਹੈ ਵੀ ਰੱਬ ਜੀ ਨੇ ਜਿੰਨਾ ਕੁ ਚਿਰ ਤੇ ਲਟਕਾ ਕੇ ਰੱਖਿਆ ਉਹਨਾਂ ਕੁ ਚਿਰ ਤੇ ਰੱਬ ਰੱਬ ਕਰਦਾ ਰਿਹਾ, ਤੇ ਜਦੋਂ ਰੱਬ ਜੀ ਨੇ ਰੱਖੀ ਰੱਖਿਆ, ਬਚਾਈ ਰੱਖਿਆ ਤੇ ਜੀਵਨ ਦੇਤਾ, ਸਿੱਧਾ ਹੋ ਗਿਆ, ਹੁਣ ਕਹਿੰਦਾ ਮੈਂ ਨਹੀਂ ਧਿਆਨ ਲਾਉਂਦਾ। ਇਹੀ ਹਾਲਤ ਹੈ ਵੀ ਜਿੰਨਾ ਚਿਰ ਤੇ ਉਲਟ ਸੀ ਉਹਨਾਂ ਚਿਰ ਕਰਮ ਸਿੱਧੇ ਕਰਦਾ ਰਿਹਾ। ਅੱਜ ਆਪ ਸਰੀਰ ਕਰਕੇ ਸਿੱਧਾ ਹੈ ਪਰ ਕਰਮ ਉਲਟੇ ਹੋ ਗਏ। ਹੁਣ ਬਾਪੂ ਜੀ ਕਹਿੰਦੇ ਵਿਸਰ ਗਿਆ ਧਿਆਨ, ਵੀ ਇਹਨੂੰ ਧਿਆਨ ਵਿਸਰ ਗਿਆ। ਹੁਣ ਕਿਹੜਾ ਧਿਆਨ, ਕਿਹੜਾ ਰੱਬ, ਕਿਹੜਾ ਪਰਮੇਸ਼ਵਰ, ਜਾਂ ਕਿਹੜਾ ਜਿਹੜਾ ਮੈਨੂੰ ਬਚਾਉਣ ਵਾਲਾ? ਮੈਂ ਤੇ ਆਪ ਹੀ ਆ, ਮੈਨੂੰ ਕਿਹੜਾ ਕੋਈ ਬਚਾ ਸਕਦਾ? ਮੈਂ ਆਪਣੀ ਰੱਖਿਆ ਆਪ ਕਰ ਸਕਦਾ, ਮੈਂ ਆਪਣਾ ਡਿਫੈਂਸ ਆਪ ਰੱਖ ਸਕਦਾ ਆ। ਇਨਸਾਨ ਇਹ ਇੱਥੇ ਆ ਗਿਆ ਵੀ ਫਿਰ ਉਦੋਂ ਕਿੱਥੇ ਸੀ ਤੇਰਾ ਡਿਫੈਂਸ ਜਦੋਂ ਰੱਬ ਅੱਗੇ ਅਰਜ਼ੋਈਆਂ ਕਰਦਾ ਸੀ? ਉਦੋਂ ਤੇਰੀ ਰਾਖੀ ਕਿਸੇ ਹੋਰ ਨਹੀਂ ਕੀਤੀ, ਉਦੋਂ ਰੱਬ ਹੀ ਕਿਉਂ ਚੇਤੇ ਆਇਆ? ਉਦੋਂ ਦਿਸਦਾ ਸੀ ਨਾ ਵੀ ਇਦੋਂ ਬਿਨਾ ਬਚਾਉਣਾ ਕਿਸੇ ਨੇ। ਫਿਰ ਸਾਹਿਬ ਕਹਿੰਦੇ ਹੁਣ ਇਹਨੂੰ ਨਾ ਧਿਆਨ ਵਿਸਰ ਗਿਆ, ਧਿਆਨ ਟੁੱਟ ਗਿਆ, ਕਹਿ ਲੋ ਲਿਵ ਟੁੱਟ ਗਈ, ਕਹਿ ਲੋ ਅਕਾਲ ਪੁਰਖ ਪਰਮੇਸ਼ਵਰ ਨਾਲੋਂ ਵਖਰੇਵਾਂ ਪੈ ਗਿਆ, ਆ ਕੁਝ ਕਹਿ ਲੋ। ਤੇ ਉਹ ਵਖਰੇਵੇਂ ਪਏ ਨੇ ਨਾ, ਸੋਝੀ ਨਹੀਂ ਆਉਣ ਦਿੱਤੀ। ਉਸ ਪਏ ਹੋਏ ਵਖਰੇਵੇਂ ਨੇ ਜਿਹੜਾ ਨਾ ਅੰਦਰ ਝੰਜੋੜਿਆ ਨਹੀਂ ਗਿਆ, ਕਾਰਨ ਹੱਥੋਂ ਹੱਥ ਨਚਾਈਐ, ਨੱਚਦਾ ਫਿਰਦਾ ਇਹਦੇ ਹੱਥਾਂ ਦੇ ਉੱਤੇ। ਧਿਆਨ ਤੇ ਤਾਂ ਲੱਗੇ ਨਾ ਜੇ ਇਧਰੋਂ ਛੁਟਕਾਰਾ ਮਿਲੇ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੀ ਲਿਵ ਛੁੜਕੀ ਨਾਲ ਹੀ ਦੂਜੀ ਆ ਗਈ, ਮਾਇਆ ਅਮਰ। ਉਹ ਮਾਇਆ ਨੇ ਅਮਰ ਐਸਾ ਵਰਤਾਇਆ, ਮੁੜ ਕੇ ਇੰਨਾ ਗਿਆਨ ਹੋਣ ਹੀ ਨਹੀਂ ਦਿੱਤਾ ਵੀ ਮੇਰੀ ਲਿਵ ਟੁੱਟੀ ਹੈ। ਜੇ ਇਹ ਗਿਆਨ ਹੋ ਜਾਏ ਵੀ ਲਿਵ ਟੁੱਟੀ ਹੈ ਤੇ ਬੰਦਾ ਜੋੜੇ ਨਾ। ਜਿਵੇਂ ਘਰ ਦੇ ਵਿੱਚ ਲਾਈਟ ਆਉਂਦੀ ਹੈ, ਹੁਣ ਅਸੀਂ ਨਾ ਕੀ ਕਰਦੇ ਆ ਵੀ ਜਿੰਨਾ ਚਿਰ ਲਾਈਟ ਚੱਲ ਰਹੀ ਆ ਅਸੀਂ ਕਹਿੰਦੇ ਵੀ ਠੀਕ ਹੈ। ਮੰਨ ਲਓ ਇੱਕ ਤਾਰ ਜਾਏ ਟੁੱਟ, ਫਿਰ ਵੀ ਅਸੀਂ ਘੌਲ ਕਰੀ ਜਾਣੇ ਵੀ ਕੋਈ ਨਹੀਂ ਲਾਈਟ ਤੇ ਚੱਲ ਰਹੀ ਹੈ ਨਾ, ਚੱਲਣ ਦਿਓ, ਜਿੱਦਣ ਬੰਦ ਹੋਏਗੀ ਉਦਣ ਵੇਖਾਂਗੇ। ਹੁਣ ਉਹ ਜਿੰਨਾ ਚਿਰ ਦੂਜੀ ਚੱਲਦੀ ਰਹੀ ਉਹਨਾਂ ਚਿਰ ਅਸੀਂ ਪਹਿਲੀ ਵੱਲ ਧਿਆਨ ਨਹੀਂ ਦੇਣਾ। ਚੱਲ ਹੀ ਰਹੀ ਹੈ ਤੇ ਜਿੱਦਣ ਦੋਵੇਂ ਬੰਦ ਹੋ ਗਈਆਂ ਉਦਣ ਕਹੇਗਾ ਵੀ ਹੁਣ ਫਟਾਫਟ ਜੋੜ ਲਈਏ। ਇਦਾਂ ਹੀ ਹੁੰਦਾ ਇਨਸਾਨ ਦੀ ਹਾਲਤ ਵੀ। ਉਹ ਲਿਵ ਟੁੱਟੀ, ਉਧਰ ਸੁਰਤ ਗਈ ਹੋਈ ਨਹੀਂ, ਕਿਉਂ? ਦੂਜੇ ਪਾਸੇ ਹੱਥਾਂ ਤੇ ਚੁੱਕਿਆ ਹੋਇਆ ਅਗਲਿਆਂ। ਉਹ ਜਦੋਂ ਹੱਥਾਂ ਤੋਂ ਚੁੱਕਿਆ ਹੋਇਆ ਡਿੱਗਦਾ, ਸਮਝਿਓ ਥੋੜਾ ਜਿਹਾ ਤਵੱਜੋ ਦੇ ਕੇ, ਵੀ ਜਿੰਨਾ ਚਿਰ ਮਾਇਆ ਸਾਂਭੀ ਫਿਰੀ ਉਹਨਾਂ ਚਿਰ ਤੇ ਕਹਿੰਦਾ ਵੀ ਕਿਹੜੇ ਧਿਆਨ, ਕੋਈ ਸੁਰਤ ਹੀ ਨਹੀਂ ਗਈ। ਜਦੋਂ ਮਾਇਆ ਵਾਲੇ ਪਾਸੋਂ ਠੋਕਰ ਵੱਜੀ ਤੇ ਫਿਰ ਕਹਿੰਦਾ ਰੱਬਾ ਤੂੰ ਆਸਰਾ ਬਣ। ਵੀ ਇਹ ਸੰਸਾਰ ਤੇ ਸਾਰਾ ਹੀ ਇਦਾਂ ਦਾ। ਵੇਖੋ ਹਾਂ ਕਿਤੇ ਕਿਸੇ ਪਾਸੋਂ ਠੋਕਰ ਵੱਜੀ ਹੋਵੇ ਇਨਸਾਨ ਨੂੰ, ਫਿਰ ਕੀ ਕਰਦਾ? ਫਿਰ ਆਉਂਦਾ ਰੱਬ ਚੇਤੇ, ਫਿਰ ਪਰਮੇਸ਼ਵਰ ਚੇਤੇ ਆਉਂਦਾ। ਤੇ ਉਹ 4 ਕੁ ਦਿਨ ਫਿਰ ਚੇਤੇ ਰਿਹਾ, ਫਿਰ ਉਧਰੋਂ ਜ਼ੋਰ ਫਿਰ ਲੱਗਦਾ ਮਾਇਆ ਦਾ। ਉਹ ਮਾਇਆ ਇੰਨਾ ਜ਼ੋਰ ਲਾਉਂਦੀ, ਆਪਣਾ ਪ੍ਰਭਾਵ ਪਾ ਹੀ ਲੈਂਦੀ, ਰੱਬ ਫੇਰ ਭੁੱਲ ਜਾਂਦਾ ਹੈ। ਸਤਿਗੁਰੂ ਕਹਿੰਦੇ ਹੱਥੋਂ ਹੱਥ ਨਚਾਈਐ, ਕਿਉਂਕਿ ਉਧਰੋਂ ਲਿਵ ਛੁੜਕੀ, ਇਧਰੋਂ ਮਾਂ ਨੇ ਆਪਣੇ ਹੱਥਾਂ ਤੇ ਚੁੱਕ ਲਿਆ। ਮਾਂ ਨੇ ਚੁੱਕਿਆ, ਫਿਰ ਬਾਪੂ ਨੇ ਵੀ ਚੁੱਕ ਲਿਆ, ਪਿਤਾ ਨੇ ਵੀ ਚੁੱਕ ਲਿਆ। ਪਿਤਾ ਨੇ ਰੱਖਿਆ, ਉਧਰੋਂ ਭੈਣ ਭਰਾ ਆ ਗਏ ਚੁੱਕਣ ਵਾਸਤੇ। ਉਹ ਹਟਦੇ ਨੇ, ਰਿਸ਼ਤੇਦਾਰ ਆ ਜਾਂਦੇ ਸਾਕ ਸੰਬੰਧੀ ਚੁੱਕਣ। ਹੱਥੋਂ ਹੱਥ ਨਚਾਈਐ, ਨੱਚਦਾ ਫਿਰਦਾ ਹੱਥਾਂ ਦੇ ਉੱਤੇ, ਕਦੇ ਕਿਸੇ ਦੀ ਗੋਦੀ 'ਚ, ਕਦੇ ਕਿਸੇ ਦੀ ਗੋਦ 'ਚ। ਤੇ ਜਿਹੜਾ ਗੋਦ ਵਿੱਚ ਖੇਡਦਾ ਫਿਰਦਾ ਉਹਨੂੰ ਕਿੱਥੋਂ ਪਤਾ ਲੱਗੇਗਾ ਵੀ ਮੇਰਾ ਧਿਆਨ ਵਿਸਰਿਆ?
ਉਹ ਤੇ ਉਹਨਾਂ ਗੋਦ ਵਿੱਚ ਖੇਡਦਾ ਹੋਇਆ ਮਗਨ ਹੈ। ਉਹ ਮਸਤ ਹੋਇਆ ਪਿਆ ਉਹ ਤੇ। ਉਹਨੂੰ ਪਤਾ ਵੀ ਇੱਕ ਗੋਦ ਵਿੱਚੋਂ ਹਟਾਉਣਗੇ, ਦੂਜੀ 'ਚ ਚੁੱਕ ਲੈਣਗੇ, ਦੂਜੀ ਤੋਂ ਹਟਾਉਣਗੇ, ਤੀਜੀ ਗੋਦ ਨੇ ਆ ਕੇ ਚੁੱਕ ਲੈਣਾ, ਤੀਜੇ ਨੇ ਸੰਭਾਲ ਲੈਣਾ। ਵੇਖੋ ਕਿਤੇ ਕਈ ਬੱਚਿਆਂ ਨੂੰ ਨਾ, ਵੇਖੋ ਉਹ ਇੰਨੀ ਕੁ ਆਦਤ ਪੈ ਜਾਂਦੀ ਵੀ ਜੇ ਉਹਨੂੰ ਗੋਦ ਤੋਂ ਥੱਲੇ ਰੱਖੋ ਤੇ ਉਹ ਰੋਣ ਲੱਗ ਜਾਂਦਾ। ਫਿਰ ਕਹਿੰਦੇ ਵੀ ਇਹਨੇ ਚੁੱਪ ਨਹੀਂ ਕਰਨਾ, ਇਹ ਹੁਣ ਕਹਿੰਦਾ ਵੀ ਮੈਨੂੰ ਗੋਦੀ ਚੁੱਕੋ। ਅਸੀਂ ਆਪਸੀ ਵਿਚਾਰ ਹੈ ਪਰਿਵਾਰਾਂ ਦੀ ਵੀ ਉਦੋਂ ਫਿਰ ਅਸੀਂ ਬੋਲ ਕੇ ਇਹੀ ਕਹਿੰਦੇ ਆ ਵੀ ਇਹ ਹੁਣ ਕਹਿੰਦਾ ਵੀ ਮੈਨੂੰ ਚੁੱਕੋ, ਤਾਂ ਰੋਂਦਾ ਪਿਆ। ਉਹ ਜਦੋਂ ਚੁੱਕੀ ਤਾਂ ਵਾਕਈ ਚੁੱਪ ਕਰ ਜਾਂਦਾ। ਹੱਥੋਂ ਹੱਥ ਨਚਾਈਏ, ਬਾਪੂ ਜੀ ਕਹਿੰਦੇ ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ, ਜਿਉਂ ਜਸੋਦਾ ਘਰ ਕਾਨ। ਜਿਵੇਂ ਜਸੋਦਾ ਜੀ ਨੇ, ਨੰਦ ਗੋਪ ਜੀ ਨੇ ਕਨਈਆ ਜੀ ਨੂੰ, ਕ੍ਰਿਸ਼ਨ ਜੀ ਨੂੰ ਪਾਲਿਆ, ਪਰਵਰਿਸ਼ ਕੀਤੀ, ਉਸੇ ਤਰ੍ਹਾਂ ਇਹਦੀ ਪਰਵਰਿਸ਼ ਜਿਹੜੀ ਇਹਦੇ ਮਾਂ-ਬਾਪ ਕਰਦੇ ਨੇ। ਜਦੋਂ ਇਸ ਦੀ ਪਰਵਰਿਸ਼ ਫਿਰ ਹੁੰਦੀ ਹੈ, ਹੱਥੋਂ ਹੱਥ ਨਚਾਈਐ ਪ੍ਰਾਣੀ, ਮਾਤ ਕਹਿ ਸੁਤ ਮੇਰਾ। ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਕਹਿੰਦੇ ਹੱਥਾਂ ਦੇ ਉੱਤੇ ਖੜਾਉਂਦਿਆਂ, ਹੱਥਾਂ ਦੇ ਉੱਤੇ ਨਚਾਉਂਦਿਆਂ, ਜਾਂ ਮਾਂ ਆਪਣੀ ਗੋਦ 'ਚ ਖੜਾਉਂਦਿਆਂ ਮਸਤਕ ਚੁੰਮ ਕੇ ਕਹਿੰਦੀ ਮੇਰਾ ਪੁੱਤ ਹੈ। ਮਾਤ ਕਹੈ ਸੁਤ ਮੇਰਾ। ਉਧਰੋਂ ਪਿਤਾ ਵੀ ਇਹੋ ਕਹਿੰਦਾ ਵੀ ਮੇਰਾ ਪੁੱਤਰ ਹੈ ਜਾਂ ਮੇਰੀ ਧੀ ਹੈ। ਸਾਰੀ ਜ਼ਿੰਦਗੀ ਇਹੀ ਕੁਛ ਰਿਹਾ। ਕਹਿੰਦੇ ਤੇਰੀ ਜ਼ਿੰਦਗੀ ਦਾ ਰਾਤ ਦਾ ਦੂਜਾ ਪਹਿਰ ਹੈ ਜੀਵਨ ਦੀ। ਜੀਵਨ ਦੀ ਰਾਤ, ਜੀਵਨ ਰੂਪੀ ਰਾਤ ਦੇ ਦੂਜੇ ਪਹਿਰ ਵਿੱਚ ਤੂੰ ਆ ਖੱਟਿਆ ਕੀ? ਮਾਤ ਕਹੈ ਸੁਤ ਮੇਰਾ, ਆ ਖੱਟਿਆ। ਉਹ ਮੂਰਖਾ ਮਨਾ, ਇੱਕ ਖਿਆਲ ਰੱਖੀ, ਚੇਤ ਅਚੇਤ ਮੂੜ ਮਨ ਮੇਰੇ। ਉਹ ਮੇਰਿਆ ਮੂਰਖਾ ਮਨਾ, ਇਹ ਖਿਆਲ ਰੱਖ ਜਿਹੜੇ ਤੈਨੂੰ ਕਹਿੰਦੇ ਨਾ ਕਿ ਤੂੰ ਸਾਡਾ ਹੈ, ਅੰਤ ਨਹੀਂ ਕਛ ਤੇਰਾ। ਨਾ ਤੂੰ ਉਹਨਾਂ ਦਾ ਬਣਨਾ ਤੇ ਨਾ ਉਹਨਾਂ ਨੇ ਤੇਰਾ ਬਣਨਾ। ਗੁਰੂ ਅਰਜਨ ਸਾਹਿਬ ਜੀ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਏ ਨਾ ਕਿਸ ਕੀ ਧਰਿਆ। ਕੌਣ ਹੈ? ਸੰਸਾਰਕ ਤੌਰ ਤੇ ਆਪਾਂ ਵੇਖਾਂਗੇ ਤੇ ਮਾਂ ਦਾ ਰਿਸ਼ਤਾ, ਪਿਤਾ ਦਾ ਰਿਸ਼ਤਾ, ਇਹਨਾਂ ਵਰਗਾ ਪ੍ਰੇਮ, ਇਹਨਾਂ ਵਰਗਾ ਪਿਆਰ ਕਿਤੋਂ ਨਹੀਂ ਮਿਲਣਾ। ਇਨਸਾਨ ਜਿੰਨਾ ਮਰਜ਼ੀ ਸੰਸਾਰਕ ਤੌਰ ਤੇ, ਪਰ ਜਦੋਂ ਜ਼ਿੰਦਗੀ ਦੀ ਰੌ ਖਤਮ ਹੋਣ ਦੀ ਵਾਰੀ ਆਉਂਦੀ ਨਾ, ਉਦੋਂ ਨਾ ਮਾਂ ਰੱਖ ਸਕਦੀ ਤੇ ਨਾ ਪਿਓ ਰੱਖ ਸਕਦਾ। ਤੇ ਜਿਹੜਾ ਔਲਾਦ ਆਪਣੀ ਜਿਹੜਾ ਸੁੱਖ ਆਪਣੀ ਔਲਾਦ ਦਾ ਉਹ ਦੇਣਾ ਵੀ ਕਿਸੇ ਹੋਰ ਨੇ ਨਹੀਂ, ਪਰ ਜਦੋਂ ਜ਼ਿੰਦਗੀ ਦੀ ਰੌ ਖਤਮ ਹੋਣੀ ਉਦੋਂ ਔਲਾਦ ਵੀ ਕੁਝ ਨਹੀਂ ਕਰ ਸਕਦੀ। ਸਾਰੀ ਜ਼ਿੰਦਗੀ ਸਮਾਜ ਵਿੱਚ ਜਿਉਂਦੇ ਆ, ਜਿਸ ਪਿਤਾ ਤੋਂ, ਜਿਸ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ, ਅਸੀਂ ਇਹੋ ਕਿਹਾ ਵੀ ਇਹ ਘਾਟਾ ਪੂਰਾ ਨਹੀਂ ਹੋਣਾ। ਜੇ ਮਾਂ ਦਾ ਸਾਇਆ ਚਲੇ ਗਿਆ ਤੇ ਇਹ ਘਾਟਾ ਪੂਰਾ ਨਹੀਂ ਹੋਣਾ। ਕਿਉਂ? ਨਾ ਤੇ ਮਾਂ ਕੋਈ ਬਣ ਸਕਦਾ ਤੇ ਨਾ ਪਿਤਾ ਬਣ ਸਕਦਾ ਕੋਈ। ਤੇ ਦੂਜੇ ਪਾਸੇ ਜਿਸ ਘਰ ਚੋਂ ਔਲਾਦ ਚਲੀ ਜਾਏ, ਘਾਟਾ ਉਹ ਵੀ ਪੂਰਾ ਨਹੀਂ ਹੋਣਾ। ਪਰ ਉਸ ਵਕਤ ਮਾਂ ਤੇ ਪਿਤਾ ਕੁਝ ਵੀ ਕਰ ਨਹੀਂ ਸਕੇ, ਨਾ ਔਲਾਦ ਕੁਝ ਕਰ ਸਕੀ। ਹੁਣ ਉਹ ਸੁੱਖ ਨਹੀਂ ਨਾ, ਜਿਹੜਾ ਸੁੱਖ ਆਪਣੀ ਔਲਾਦ ਦਾ ਉਹ ਦੂਜਿਆਂ ਤੋਂ ਨਹੀਂ ਮਿਲ ਸਕਦਾ। ਜਿਵੇਂ ਆਪਾਂ ਪੜ੍ਹਦੇ ਨਾ, ਪਿਤਾ ਕਾ ਪਿਆਰ ਪੜੋਸੀ ਨਾ, ਪੜੋਸੀ ਪੈ ਨਾ ਪਾਈ ਹੈ, ਆਮ ਕੀ ਸਦਰ ਕਤ ਮਿਟਤ ਨਾ ਆਂਬਲੀ ਖਾਏ। ਪਿਤਾ ਕਾ ਪਿਆਰ ਨਾ ਪੜੋਸੀ ਪੈ ਪਾਈ ਹੈ। ਆਂਬ ਦੀ ਸਦਰ ਕਦੇ ਆਂਬਲੀ ਅੰਬਾਕੜੀ ਖਾ ਕੇ ਨਹੀਂ ਮਿਟਦੀ। ਪਿਤਾ ਦਾ ਪਿਆਰ ਕਦੇ ਪੜੋਸੀਆਂ ਦੇ ਕੋਲੋਂ ਨਹੀਂ ਮਿਲਦਾ। ਇਸੇ ਤਰ੍ਹਾਂ ਔਲਾਦ ਦਾ ਸੁੱਖ ਦੂਜੇ ਦੀ ਔਲਾਦ ਤੋਂ
ਨਹੀਂ ਮਿਲਦਾ। ਇਹ ਸੁੱਖ ਹੈ ਪਰ ਸੰਸਾਰਕ ਤੌਰ ਤੇ। ਪਰ ਜਦੋਂ ਜ਼ਿੰਦਗੀ ਦੀ ਰੌ ਮੁੱਕਣ ਦੀ ਵਾਰੀ ਆਉਂਦੀ ਹੈ, ਉਦੋਂ ਕਹਿੰਦੇ ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਨਾ ਪਿਤਾ ਤੇ ਨਾ ਮਾਂ, ਨਾ ਧੀ ਤੇ ਨਾ ਪੁੱਤ। ਕਿਤੇ ਵੀ ਬਾਪੂ ਜੀ ਨੇ ਆਖਿਆ ਨਾ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਹੈ, ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਕਿੱਥੇ ਸਾਥ ਦੇਣ ਵਾਲੇ। ਜਿਹਨੂੰ ਫਿਰ ਬਾਪੂ ਜੀ ਸੋਹਲਿਆਂ 'ਚ ਜਾ ਕੇ, ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ। ਰੋਣ ਵਾਲੇ ਇਹ ਕਹਿੰਦੇ ਨੇ ਬੜਾ ਰੰਗਲਾ ਸੀ, ਪਰ ਕੋਈ ਰੋਕ ਨਹੀਂ ਸਕਿਆ, ਕੋਈ ਬਣ ਆਪਣਾ ਨਹੀਂ ਸਕਿਆ। ਬਾਲਕ ਚਲੇ ਗਿਆ, ਬਾਲਕ ਦੀਆਂ ਲੀਲਾ ਕਰਦਾ ਹੋਇਆ। ਰੋਣ ਵਾਲੇ ਹੁਣ ਇਸ ਕਰਕੇ ਰੋ ਰਹੇ ਕਿ ਬਾਲਕ ਰੰਗੀਲਾ ਸੀ। ਮਾਂ ਜਾਂ ਪਿਤਾ ਸੰਸਾਰਕ ਤੌਰ ਤੇ ਚਲੇ ਗਏ। ਬੱਚਾ ਰੋਂਦਾ ਹੋਇਆ ਕਹਿ ਰਿਹਾ, ਮੇਰੀ ਮਾਂ ਚਲੀ ਗਈ, ਮੇਰਾ ਪਿਤਾ ਚਲੇ ਗਿਆ, ਪਰ ਰੋਕ ਨਹੀਂ ਸਕਿਆ। ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਚਾਹੇ ਸੰਸਾਰਕ ਨਾਤਿਆਂ ਦੀ ਗੱਲ ਕਰ ਲਈਏ ਤੇ ਭਾਵੇਂ ਸੰਸਾਰਕ ਵਸਤੂਆਂ ਦੀ ਗੱਲ ਕਰ ਲਈਏ, ਮੂਰਖਾ ਮਨਾ, ਅਖੀਰ ਤੈਨੂੰ ਕੁਝ ਵੀ ਨਹੀਂ ਮਿਲਣਾ। ਜਿਨ ਰਚ ਰਚਿਆ ਤਿਸਹਿ ਨਾ ਜਾਣੈ, ਮਨ ਭੀਤਰ ਧਰ ਗਿਆਨ। ਕਹੋ ਨਾਨਕ ਪ੍ਰਾਣੀ ਦੂਜੈ ਪਹਿਰ, ਵਿਸਰ ਗਿਆ ਧਿਆਨ। ਫਿਰ ਕਹਿੰਦੇ ਜਿਨ ਰਚ ਰਚਿਆ, ਜਿਹਨੇ ਤੈਨੂੰ ਰਚਿਆ ਬਣਾਇਆ, ਤੇ ਸਹਿ ਨਾ ਜਾਣੇ, ਤੂੰ ਉਹਨੂੰ ਨਹੀਂ ਜਾਣਦਾ। ਇਸ ਲਈ ਮਨ ਭੀਤਰ ਧਰ ਗਿਆਨ। ਮਨਾ ਸੋਝੀ ਕਰ, ਧਿਆਨ ਕਰ, ਮਨਾ ਖਿਆਲ ਕਰ। ਅਚਨਚੇਤ ਕੋਈ ਘਟਨਾ ਵਰਤੇ ਨਾ, ਜਿਵੇਂ ਤੁਰਿਆ ਜਾਂਦਾ ਕਿਤੇ ਠੋਕਰ ਹੀ ਵੱਜ ਜਾਏ ਤੇ ਨਾਲ ਤੁਰਿਆ ਜਾਂਦਾ ਬੰਦਾ ਕਹਿੰਦਾ ਧਿਆਨ ਕਰ ਓਏ, ਧਿਆਨ ਨਾਲ ਚੱਲ। ਤੇ ਮਨ ਨੂੰ ਕੀ ਕਿਹਾ? ਧਿਆਨ ਕਰ ਮਨਾ, ਕਿੱਧਰ ਤੁਰਿਆ ਜਾਂਦਾ? ਵੀ ਜਿੰਨੇ ਤੈਨੂੰ ਰਚਿਆ ਉਹਦੇ ਤੋਂ ਹੀ ਪਾਸੇ ਹੋ ਕੇ ਬੈਠਾ। ਧਿਆਨ ਕਰ, ਸੁਚੇਤ ਹੋ ਕੇ ਚੱਲ, ਕਿਉਂਕਿ ਜ਼ਿੰਦਗੀ ਦੀ ਰਾਤ, ਜੀਵਨ ਰੂਪੀ ਰਾਤ ਲੰਘ ਰਹੀ ਹੈ। ਇਸੇ ਕਰਕੇ ਮਨ ਨੂੰ ਕਿਹਾ ਨਾ ਧਿਆਨ ਕਰ, ਵੀ ਵੇਖ ਕਿੰਨਾ ਟਾਈਮ ਹੋ ਗਿਆ, ਕਿੰਨਾ ਸਮਾਂ ਲੰਘ ਗਿਆ। ਆਪਾਂ ਕਿਤੇ ਜਾਣਾ ਹੋਵੇ ਤਿਆਰੀ ਕਰੀ ਜਾਂਦੇ ਆ, ਆਪਣੀ ਮੌਜ ਵਿੱਚ ਲੱਗੇ ਹੋਏ, ਤੇ ਜਿਹੜਾ ਬੰਦਾ ਤਿਆਰ ਹੋ ਕੇ ਬੈਠਾ ਨਾ, ਉਹ ਦੂਜੇ ਨੂੰ ਕਹੇਗਾ ਫਟਾਫਟ ਕਰ, ਟਾਈਮ ਕਿੰਨਾ ਹੋ ਗਿਆ, ਜਾਣਾ ਨਹੀਂ। ਤੇ ਮਨ ਨੂੰ ਕਿਹਾ ਵੀ ਮਨਾ ਵੇਖਾਂ ਜ਼ਿੰਦਗੀ ਅੱਧੀ ਲੰਘ ਚੱਲੀ, ਜਾਣਾ ਨਹੀਂ, ਤਿਆਰ ਹੋ, ਧਿਆਨ ਕਰ, ਸੋਝੀ ਹੋ, ਸੋਝੀ ਵਿੱਚ ਆ, ਉੱਠ, ਖਿਆਲ ਕਰ, ਕਿੱਧਰ ਤੁਰਿਆ ਜਾਣਾ? ਤੇਰੇ ਕੋਲ ਸਮਾਂ ਨਹੀਂ ਕਿਸੇ ਹੋਰ ਪਾਸੇ ਜਾਣ ਦਾ। ਮਨਾ ਧਿਆਨ ਕਰ, ਧਿਆਨ ਧਰ, ਕਿਉਂਕਿ ਜ਼ਿੰਦਗੀ ਦੀ ਸਮਾਂ ਹੱਥੋਂ ਗੁਜ਼ਰ ਰਿਹਾ ਹੈ, ਹੱਥੋਂ ਲੰਘਦਾ ਜਾ ਰਿਹਾ। ਉਪਦੇਸ਼ ਕੌਣ ਦਿੰਦਾ? ਇਹ ਗੁਰੂ। ਗੁਰੂ ਸਾਹਿਬ ਕਹਿੰਦੇ ਮਨੁੱਖਾ ਖਿਆਲ ਕਰ, ਕਿੰਨੀ ਜ਼ਿੰਦਗੀ ਲੰਘ ਗਈ। ਹੋ ਸਕਦਾ ਜਿੰਨੀ ਲੰਘ ਗਈ ਇਹ ਅੱਧੀ ਵੀ ਨਾ ਬਚੀ ਹੋਵੇ, ਹੋ ਸਕਦਾ ਜਿੰਨੀ ਗੁਜ਼ਰੀ ਹੈ ਇੰਨੀ ਹੋਰ ਹੋਵੇ, ਜਾਂ ਹੋ ਸਕਦਾ ਵੀ ਸਾਰੀ ਲੰਘ ਗਈ ਹੋਵੇ, ਬਸ ਆ ਪਲ ਦੋ ਪਲ ਦੀ ਖੇਡ ਹੋਵੇ। ਮਨਾ ਖਿਆਲ ਕਰ, ਧਿਆਨ ਕਰ। ਇਸ ਗੱਲ ਦਾ ਤੇ ਤਕਾਜ਼ਾ ਨਹੀਂ ਹੈ ਨਾ ਵੀ ਇੰਨੀ ਜ਼ਿੰਦਗੀ ਪਈ ਹੈ। ਬੈਠਿਆਂ ਨਾ ਜਦੋਂ ਮਨ 'ਚ ਕਿਤੇ ਖਿਆਲ ਆਵੇ ਵੀ ਜੇ ਕਿਤੇ ਇਨਸਾਨ ਨੂੰ ਪਤਾ ਲੱਗ ਜਾਏ ਵੀ ਮੇਰੀ ਜ਼ਿੰਦਗੀ ਇੰਨੀ ਕੁ ਰਹਿੰਦੀ ਹੈ, ਤੇ ਕੀ ਕਰੇਗਾ ਬੰਦਾ?
ਇਹਨੂੰ ਪਤਾ ਲੱਗ ਜੇ ਵੀ ਮੇਰੇ ਕੋਲ 1 ਸਾਲ ਦੀ ਜ਼ਿੰਦਗੀ ਹੈ, 1 ਸਾਲ ਦੇ ਵਿੱਚ ਟਿਕ ਕੇ ਬੈਠਣ ਵਾਲਾ ਨਹੀਂ ਹੈ। ਜੇ ਪਤਾ ਲੱਗ ਗਿਆ ਨਾ ਵੀ ਅੱਜ ਤੋਂ 1 ਸਾਲ ਬਾਅਦ ਮੇਰੀ ਮ੍ਰਿਤਿੂ ਹੈ, ਇਹਨੇ 1 ਸਾਲ ਟਿਕਣਾ ਨਹੀਂ, ਦੌੜਿਆ ਹੀ ਫਿਰੇਗਾ। ਹੁਣ ਬੰਦਾ ਕਿੱਡਾ ਬੇਖੌਫ ਜਾ ਹੋ ਕੇ ਤੁਰਿਆ ਫਿਰਦਾ ਨਾ, ਅਗਲੇ ਦਿਨ ਤੇ ਆਸਾਂ ਲਾ ਕੇ, ਅਗਲੇ 5 ਸਾਲਾਂ ਤੇ ਆਸਾਂ ਲਾ ਕੇ, ਅਗਲੇ 10 ਸਾਲਾਂ ਤੇ ਆਸਾਂ ਲਾ ਕੇ ਬੇਖੌਫ ਹੋ ਕੇ ਤੁਰਿਆ। ਪਤਾ ਸਵੇਰ ਦਾ ਨਹੀਂ ਵੀ ਚੜ੍ਹਨੀ ਕਿ ਨਹੀਂ। ਰਾਤ ਨੂੰ ਘਰ ਵਾਪਸ ਪਰਤਦਾ ਇਨਸਾਨ ਜਾਂ ਰਾਤ ਨੂੰ ਪਰਿਵਾਰ ਵਿੱਚ ਬੈਠਾ ਇਨਸਾਨ ਪਰਿਵਾਰ ਨਾਲ ਕਈ ਗੱਲਾਂ ਕਰਕੇ ਸੌਂਦਾ, ਇਹ ਕਹਿੰਦਾ ਸਵੇਰੇ ਕਰਾਂਗੇ। ਸਵੇਰ ਤੇ ਆਸ ਲਾ ਕੇ ਬੇਖੌਫ ਹੋ ਕੇ ਸੁੱਤਾ, ਤੇ ਜੇ ਪਤਾ ਲੱਗ ਜੇ ਵੀ ਮੈਂ ਸਵੇਰੇ ਉੱਠਣਾ ਨਹੀਂ, ਮੇਰੀ ਸਵੇਰੇ ਮੌਤ ਹੈ, ਸੌਵੇਂਗਾ ਰਾਤ ਨੂੰ? ਨਹੀਂ। ਅੱਜ ਹਰ ਇਨਸਾਨ ਬੇਖੌਫ ਹੋ ਕੇ ਸੌਂਦਾ। ਕਿਉਂ? ਕਿਉਂਕਿ ਇਸ ਗੱਲ ਤੋਂ ਅਣਜਾਣ ਹੈ ਵੀ ਸਾਡੀ ਮੌਤ ਕਦੋਂ ਹੈ। ਤੇ ਜਿਹਨੂੰ ਪਤਾ ਲੱਗ ਜਾਏ ਵੀ ਮੇਰੀ ਮੌਤ ਆ ਗਈ, ਉਹ ਟਿਕ ਕੇ ਬੈਠਣ ਵਾਲਾ ਨਹੀਂ। ਤੇ ਮਾਲਕ ਜੀ ਆਖਦੇ, ਕਹਿੰਦੇ ਮਨਾ ਤੂੰ ਖਿਆਲ ਕਰ, ਜਿਨ ਰਚ ਰਚਿਆ ਤਿਸਹਿ ਨਾ ਜਾਣੇ, ਮਨ ਭੀਤਰ ਧਰ ਗਿਆਨ। ਮਨਾ ਖਿਆਲ ਕਰ, ਸੋਝੀ ਲੈ, ਕਿਉਂਕਿ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ। ਪ੍ਰਾਣੀ ਜ਼ਿੰਦਗੀ ਦਾ ਦੂਜਾ ਪਹਿਰ ਗੁਜ਼ਰ ਗਿਆ, ਵਿਸਰ ਗਿਆ ਧਿਆਨ। ਰਾਤ ਹੁਣ 2 ਪਹਿਰ ਰਾਤ ਬਾਕੀ ਰਹਿ ਗਈ। ਹੁਣ ਆਪਾਂ ਪਿੱਛੇ ਤੇ ਮੋੜ ਨਹੀਂ ਸਕਦੇ। ਜੇ ਆਪਾਂ 12 ਘੰਟਿਆਂ ਦੀ ਰਾਤ ਕਹਿੰਦੇ ਆ, 12 ਘੰਟਿਆਂ ਚੋਂ ਰਾਤ ਦੇ 6 ਘੰਟੇ ਗੁਜ਼ਰ ਗਏ, ਵਾਪਸ ਮੋੜ ਲਾਂਗੇ? ਸਾਡੇ ਕੋਲ ਬਾਕੀ 6 ਹੀ ਨੇ ਨਾ। ਹੁਣ ਜੋ ਕਰਨਾ ਅਸੀਂ ਉਹ 6 ਘੰਟਿਆਂ ਵਿੱਚ ਹੀ ਹੈ। ਮਤਲਬ ਜੇ ਸਾਡੀ ਜ਼ਿੰਦਗੀ ਦੇ 2 ਪਹਿਰ ਗੁਜ਼ਰ ਗਏ, ਰਹਿਣ ਦੇ ਰਾਤ ਦੇ, ਜ਼ਿੰਦਗੀ ਰੂਪੀ ਰਾਤ ਦੇ 2 ਪਹਿਰ ਗੁਜ਼ਰ ਗਏ, ਤੇ ਬਾਕੀ ਕਿੰਨੇ? 2। ਹੁਣ ਜੋ ਵੀ ਜੀਵਨ ਵਿੱਚ ਕਮਾਉਣਾ, ਇਹਨਾਂ 2 ਪਹਿਰਾਂ ਵਿੱਚ ਹੀ ਕਮਾਉਣਾ। ਇੱਕ ਨਾ ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਕਹਿੰਦੇ ਪਿਛਲ ਰਾਤ ਨਾ ਜਾਗਿਓ, ਜੀ ਵੰਦੜੋ ਮੋਇਓ ਹੈ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਵੀ ਤੂੰ ਇਹ ਨਾ, ਇਨਸਾਨੀ ਫਿਤਰਤ ਹੈ, ਉਹ ਮੈਨੂੰ ਨਹੀਂ ਬੁਲਾਉਂਦਾ ਮੈਂ ਕਿਉਂ ਬੁਲਾਵਾਂ, ਉਹ ਮੈਨੂੰ ਨਹੀਂ ਚੇਤੇ ਕਰਦਾ ਤੇ ਮੈਂ ਕਿਉਂ ਕਰਾਂ, ਉਹ ਮੇਰੇ ਨਾਲ ਸੰਬੰਧ ਨਹੀਂ ਰੱਖਦਾ ਤੇ ਮੈਂ ਕਿਉਂ ਰੱਖਾਂ। ਇਨਸਾਨੀ ਫਿਤਰਤ ਹੈ। ਪਰ ਬਾਬਾ ਜੀ ਕਹਿੰਦੇ ਤੂੰ ਇਹ ਖਿਆਲ ਰੱਖੀ, ਜੇ ਤੈਂ ਰੱਬ ਵਿਸਾਰਿਆ, ਕਿ ਤੂੰ ਕਵੇਂ ਮੈਂ ਨਹੀਂ ਰੱਬ ਨੂੰ ਚੇਤੇ ਕਰ, ਰੱਬ ਨਾ ਵਿਸਰਿਆ ਹੋਏ, ਉਹਨੇ ਨਹੀਂ ਤੈਨੂੰ ਭੁਲਾਉਣਾ। ਉਹਨੂੰ ਪਤਾ ਤੇਰਾ ਕਿ ਕਦੋਂ ਤੇਰਾ ਸਮਾਂ ਮੁੱਕਣਾ ਤੇ ਕਦੋਂ ਤੇਰੀ ਜੀਵਨ ਦੀ ਰੌ ਮੁੱਕਣੀ ਹੈ। ਉਹਨੇ ਨਹੀਂ ਵਿਸਾਰਨਾ, ਤੂੰ ਭੁਲਾ ਕੇ ਬੈਠਾ ਰਹੇ ਤੇ ਬੈਠਾ ਰਹੋ। ਇਹ ਤੇ ਇਨਸਾਨ ਹੀ ਹੈ ਜਿਹੜਾ ਕਹਿੰਦਾ ਵੀ ਨਾ ਮੈਂ ਬੁਲਾਉਣਾ ਤੇ ਨਾ ਉਹ ਬੁਲਾਉਂਦਾ ਹੈ। ਮੈਂ ਵੀ ਵਿਸਾਰਤਾ, ਉਹਨੇ ਵੀ ਵਿਸਾਰਤਾ, ਪਰ ਮਨੁੱਖ ਰੱਬ ਨੂੰ ਵਿਸਾਰ ਸਕਦਾ, ਰੱਬ ਮਨੁੱਖ ਨੂੰ ਨਹੀਂ ਵਿਸਾਰਦਾ। ਇਸ ਲਈ ਸਾਹਿਬ ਜੀ ਨੇ ਅੱਜ ਸਾਨੂੰ ਜ਼ਿੰਦਗੀ ਰੂਪੀ ਰਾਤ ਦੇ 2 ਪਹਿਰਾਂ ਬਾਰੇ ਸੁਚੇਤ ਕਰਦਿਆਂ ਸਾਨੂੰ ਸਮਝਾਇਆ ਕਿ ਮਨਾ ਤੇਰੀ ਜ਼ਿੰਦਗੀ ਦੇ 2 ਪਹਿਰ, ਉਹ ਸੌਦਾਗਰਾ ਤੂੰ ਵਪਾਰ ਕਰਨ ਆਇਆ, ਜਿਹੜਾ ਵਪਾਰ ਕਰਨ ਵਾਸਤੇ ਆਇਆ, ਜਿੰਨਾ ਸਮਾਂ ਲੈ ਕੇ ਆਇਆ ਸੈਂ, ਉਹਦੇ ਚੋਂ ਅੱਧਾ ਲੰਘ ਗਿਆ, ਅੱਧਾ ਤੇਰੇ ਕੋਲ ਹੈ, ਤੂੰ ਪੂੰਜੀ ਵੀ ਅੱਧੀ ਖਰਚ ਬੈਠਾ, ਤੇਰੇ ਕੋਲ ਜਿੰਨੀ ਕੁ ਬਾਕੀ ਹੈ ਉਹਨੇ ਕੁ ਵਿੱਚ ਹੀ ਸੌਦਾ ਕਰ ਲਾ, ਵਪਾਰ ਕਰ ਲਾ, ਤਾਂ ਜੋ ਲਾਹਾ ਖੱਟ ਸਕੇ, ਨਹੀਂ ਤੇ ਘਾਟਾ ਤੇ ਤੈਨੂੰ ਪੈ ਹੀ ਰਿਹਾ ਹੈ। ਸਤਿਗੁਰੂ ਜੀ ਨੇ ਅੱਜ 2 ਪਹਿਰਿਆਂ ਦੇ ਰਾਹੀਂ, 2 ਪਹਿਰਾਂ ਦੇ ਰਾਹੀਂ ਸਾਨੂੰ ਸਾਡੀਆਂ ਜ਼ਿੰਦਗੀ ਰੂਪੀ ਰਾਤਾਂ ਦੇ ਪ੍ਰਤੀ ਸੁਚੇਤ ਕੀਤਾ ਕਿ ਅਸੀਂ ਇਹਨਾਂ ਜੀਵਨ ਦੀਆਂ ਰਾਤਾਂ ਨੂੰ ਕਿਵੇਂ, ਕਿਤੇ ਜ਼ਿੰਦਗੀ ਦੀ ਰਾਤ ਨੂੰ ਕਿਤੇ
ਅਜਾਈ ਨਾ ਗੁਜ਼ਾਰ ਦਈਏ, ਜਿਤਨੀ ਗੁਜ਼ਰ ਗਈ ਹੈ ਉਸ ਬਾਰੇ ਤੇ ਸਾਡਾ ਕੋਈ ਖਿਆਲ ਜਾਂ ਉਸ ਬਾਰੇ ਸਾਡੀ ਕੋਈ ਤਾਕਤ ਜਾਂ ਕੋਈ ਬਲ ਨਹੀਂ, ਕੋਈ ਸਮਰੱਥਾ ਨਹੀਂ ਉਸ ਗੁਜ਼ਰੀ ਹੋਈ ਰਾਤ ਬਾਰੇ। ਪਰ ਜਿਹੜੀ ਅਗਾਂਹ ਮਿਲੀ ਹੈ ਅਜੇ ਜ਼ਿੰਦਗੀ ਦੀ ਰਾਤ, ਇਸ ਰਾਤ ਦਾ ਅਸੀਂ ਲਾਹਾ ਖੱਟ ਲਈਏ। ਜਿੰਨਾ ਖੱਟ ਲਾਂਗੇ ਉਹ ਸਾਡਾ ਆਪਣਾ ਹੀ ਹੈ, ਤੇ ਇਸੇ ਲਾਹੇ ਸਦਕਾ ਅਸੀਂ ਪਰਮੇਸ਼ਵਰ ਦੇ ਦਰ ਤੇ ਪਰਵਾਨੇ ਤੇ ਕਬੂਲੇ ਜਾਣਾ। ਇਸ ਲਈ ਉਸ ਸਾਹਿਬ ਅੱਗੇ ਅਰਜ਼ੋਈ ਨਿਤਾ ਪ੍ਰਤੀ ਕਰਦੇ ਰਿਹਾ ਕਰੀਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਸਤਿਗੁਰੂ ਪਾਤਸ਼ਾਹ ਜੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਆਓ ਸਤਿਗੁਰੂ ਪਾਤਸ਼ਾਹ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਜਿਨ ਰਚ ਰਚਿਆ ਤਿਸਹਿ ਨਾ ਜਾਣੈ, ਮਨ ਭੀਤਰ ਧਰ ਗਿਆਨ। ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ, ਵਿਸਰ ਗਿਆ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।